ਅੱਜ ਜਿਹੜੇ ਕਿਸਾਨ ਹੈ ਉਹਨਾਂ ਦਾ ਵੀ ਕੱਲ੍ਹ ਨੂੰ ਉਹੀ ਹਾਲ ਹੋਣਾ ਜਿਸ ਤਰ੍ਹਾਂ ਅਸਾਮ ਦੇ ਵਿੱਚ ਜਿਹੜੇ ਅਸਾਮ ਦੀ ਖੇਤੀ ਕਰਨ ਵਾਲੇ ਸੀਗੇ ਅੱਜ ਉੱਥੇ ਆਪਣੇ ਖੇਤਾਂ ਦੇ ਵਿੱਚ ਉਹ ਦਿਹਾੜੀਆਂ ਕਰ ਰਹੇ ਆ। ਇਹ ਕਿਸੇ ਅਨਪੜ੍ਹ ਵਿਅਕਤੀ ਨੂੰ, ਕਿਸੇ ਅਣਜਾਣ ਵਿਅਕਤੀ ਨੂੰ ਵੀ ਪੁੱਛ ਲਓ ਇਹਦੇ ਫਾਇਦੇ ਕੀ ਆ ਤੇ ਇਹਦੇ ਨੁਕਸਾਨ ਕੀ ਆ, ਔਰ ਸਿੱਧੇ ਤੌਰ ਤੇ ਤੁਹਾਨੂੰ ਦੱਸੂਗਾ ਇਹਦਾ ਫਾਇਦਾ ਕੋਈ ਨਹੀਂ, ਇਹਦਾ ਸਿੱਧੇ ਤੌਰ ਤੇ ਜਿਹੜਾ ਨੁਕਸਾਨ ਹੈਗਾ ਹੈ। किसान बार बार कह रहे हैं कि MSP खत्म कर दी जाएगी, पर सरकार भी बार बार कह रही है कि MSP ਜਿਹੜੀ ਹੈਗੀ ਉਹ ਬਰਕਰਾਰ ਰੱਖੀ ਜਾਏਗੀ। MSP ਜਿਹੜੀ ਮਿਨੀਮਮ ਸੇਲਿੰਗ ਪ੍ਰਾਈਸ ਆ ਉਹਨਾਂ ਨੇ ਬਰਕਰਾਰ ਰੱਖਣੀ ਹੈ ਤੇ ਫਿਰ ਉਹ ਜਨਤਕ ਕਰੇ ਜਿਹੜਾ ਉਹਨਾਂ ਦਾ ਐਗਰੀਮੈਂਟ ਹੈਗਾ ਆ। ਕੇਂਦਰ ਦੇ ਵਿੱਚ ਬਹੁਤ ਸੂਝਵਾਨ ਬੈਠੇ ਨੇ, ਆਪਣੇ ਮੋਦੀ ਜੀ ਵੀ ਬੜੇ ਸੂਝਵਾਨ ਨੇ, ਉਹ ਬਾਰ-ਬਾਰ ਕਹਿ ਰਹੇ ਕਿ ਇਹਨਾਂ ਬਿੱਲਾਂ ਤੋਂ ਕਿਸਾਨਾਂ ਨੂੰ ਫਾਇਦਾ ਹੋਏਗਾ, ਤਾਂ ਤੁਹਾਨੂੰ ਇਸ ਗੱਲ ਤੇ ਯਕੀਨ ਕਿਉਂ ਨਹੀਂ ਆ ਰਿਹਾ? ਵੀਰ ਜੀ, ਰਾਜਨੀਤਿਕ ਜਿਹੜਾ ਬੰਦਾ ਹੁੰਦਾ ਨਾ ਉਹਦੇ ਉੱਤੇ 1% ਵੀ ਜਿਹੜਾ ਟਰਸਟ ਨਹੀਂ ਕੀਤਾ ਜਾ ਸਕਦਾ। ਦੇਖੋ ਨਾ ਤਾਂ ਕਾਲਾ ਧਨ ਵਾਪਸ ਆਇਆ, ਦੂਜੀ ਗੱਲ ਜਿਹੜਾ ਕਰਜ਼ਾ ਉਹਨਾਂ ਨੇ ਕਿਸਾਨਾਂ ਦਾ ਮਾਫ ਕਰਨਾ ਸੀ ਉਹ ਕਾਰਪੋਰੇਟ ਘਰਾਣਿਆਂ ਦਾ ਕਰਨਾ। ਸੋ ਜਿਹੜਾ ਯਕੀਨ ਕਰਨ ਵਾਲੀ ਗੱਲ ਹੈ ਉਹ ਤਾਂ ਤੁਸੀਂ ਜੀ ਬਿਲਕੁਲ ਹੀ ਛੱਡ ਦਿਓ, ਕਿਉਂਕਿ ਇੱਕ ਵੀ ਪੁਆਇੰਟ ਦੱਸ ਦਿਓ ਜਿਹੜੇ ਲਫ਼ਜ਼ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਹੇ ਆ ਉਹਨਾਂ ਤੇ ਉਹ ਖਰੇ ਉਤਰੇ ਆ ਕਿ ਨਹੀਂ ਉਤਰੇ ਆ। ਮੈਂ ਇੱਕ ਬੇਨਤੀ ਕਰਦਾ ਸੈਂਟਰ ਗਵਰਨਮੈਂਟ ਨੂੰ, ਆਪਣੇ ਮਾਨਣੀय ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ, ਕਿ ਇਸ ਤੋਂ ਪਹਿਲਾਂ ਤੁਸੀਂ ਗੁਜਰਾਤ ਦੇ ਵਿੱਚ ਜਿਹੜਾ ਮਾਡਲ ਹੈ ਇਸ ਨੂੰ ਲਾਂਚ ਕਰੋ, ਜਿਹੜਾ ਤੁਸੀਂ ਆਰਡੀਨੈਂਸ ਲੈ ਕੇ ਆਏ ਉੱਥੇ ਕਰੋ। ਜੇਕਰ ਉਸ ਦੇ ਉੱਤੇ ਉੱਥੇ ਦੇ ਕਿਸਾਨ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਆਮਦਨੀ ਹੈ ਜਿਸ ਤਰ੍ਹਾਂ ਕਹਿੰਦੇ ਅਸੀਂ 2022 ਦੇ ਵਿੱਚ ਦੁੱਗਣੀ ਕਰ ਦੇਣੀ ਹੈ, ਜੇਕਰ ਉਹ ਦੁੱਗਣੀ ਹੁੰਦੀ ਹੈ ਤਾਂ ਜਿਹੜੇ ਪੰਜਾਬ ਦੇ ਕਿਸਾਨ ਹੈ ਉਹ ਕਿਸੇ ਹੱਦ ਤੱਕ ਬਿਨਾਂ ਕਿਸੇ ਸ਼ਰਤ ਦੇ ਇਸ ਆਰਡੀਨੈਂਸ ਨੂੰ ਮਨਜ਼ੂਰ ਕਰ ਲੈਣਗੇ। ਸਾਂਝਾ ਮੁੱਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਮੁੱਦਾ ਲੈ ਕੇ ਆਏ ਕਿਸਾਨਾਂ ਦਾ। ਕਿਸਾਨ ਸੜਕਾਂ ਤੇ ਨੇ, ਕਿਉਂ ਨੇ? ਕਿਉਂਕਿ ਕੇਂਦਰ ਸਰਕਾਰ ਨੇ ਰਾਜ ਸਭਾ ਦੇ ਵਿੱਚ ਬਹੁਤ ਵੱਡੇ ਹੰਗਾਮੇ ਤੋਂ ਬਾਅਦ ਇਹ ਬਿੱਲ ਪਾਸ ਕਰ ਦਿੱਤੇ ਹਨ ਜਿਹੜੇ ਕਿ ਕਿਸਾਨ ਵਿਰੋਧੀ ਦੱਸੇ ਜਾ ਰਹੇ ਹਨ। ਪਰ ਇਹਨਾਂ ਬਿੱਲਾਂ ਦੇ ਵਿੱਚ ਐਸਾ ਕੀ ਹੈ ਜਿਸ ਕਰਕੇ ਲੱਖਾਂ ਦੀ ਤਾਦਾਦ ਦੇ ਵਿੱਚ ਕਿਸਾਨ ਸੜਕਾਂ ਤੇ ਆ ਗਏ ਨੇ? ਜਾਣਾਂਗੇ ਖੇਤੀ ਮਾਹਰਾਂ ਤੋਂ ਕਿ ਇਹ ਜਿਹੜੇ ਬਿੱਲ ਕੇਂਦਰ ਸਰਕਾਰ ਲੈ ਕੇ ਆ ਰਹੀ ਹੈ ਇਹਨਾਂ ਬਿੱਲਾਂ ਤੋਂ ਇਹਨਾਂ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ ਜਿਸ ਕਰਕੇ ਇਹਨਾਂ ਨੂੰ ਸੜਕਾਂ ਤੇ ਹੀ ਆਉਣਾ ਪੈ ਗਿਆ। ਅੱਜ ਸਾਡੇ ਨਾਲ ਮੌਜੂਦ ਨੇ ਦਲਵਿੰਦਰ ਦਿਆਲਪੁਰੀ ਜੀ, ਜੋ ਕਿ ਇੱਕ ਫੇਮਸ ਪੰਜਾਬੀ ਸਿੰਗਰ ਵੀ ਨੇ। ਉਹਨਾਂ ਤੋਂ ਜਾਣਦੇ ਆ ਕਿ ਇਹ ਕਿਸਾਨ ਵਿਰੋਧੀ ਬਿੱਲ ਜਿਹੜੇ ਪਾਸ ਕੀਤੇ ਆ ਕੇਂਦਰ ਸਰਕਾਰ ਨੇ ਉਹ ਕਿੰਨੇ ਕੁ ਵਿਰੋਧ 'ਚ ਨੇ ਤੇ ਕਿੰਨੇ ਕੁ ਕਿਸਾਨੀ ਦੇ ਹੱਕ ਦੇ ਵਿੱਚ ਨੇ, ਉਹਨਾਂ ਤੋਂ ਜਾਣਦੇ ਆ। ਦਲਵਿੰਦਰ ਜੀ, ਤੁਸੀਂ ਕੀ ਸਮਝਦੇ ਹੋ ਜਿਹੜੇ ਇਹ ਕੇਂਦਰ ਸਰਕਾਰ ਨੇ ਵੱਡੇ ਵਿਰੋਧ ਤੋਂ ਬਾਅਦ ਇਹ ਬਿੱਲ ਪਾਸ ਕਰ ਦਿੱਤੇ ਹਨ, ਇਹਦੇ ਨਾਲ ਕਿਸਾਨਾਂ ਨੂੰ ਕੀ ਫਰਕ ਪਏਗਾ? ਬਹੁਤ ਜ਼ਿਆਦਾ ਫਰਕ ਪੈਣਾ ਜੀ। ਇੱਕ ਸਿੱਕੇ ਤੇ ਟੰਗਤਾ ਜੀ ਜਿਹੜੇ ਬਿੱਲ 3 ਪਾਸ ਕਰਕੇ ਨਾ, ਹੁਣ ਅਸੀਂ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਬਿੱਲਾਂ ਤੇ ਸਾਈਨ ਨਾ ਕਰਨ। ਜਿਹੜੇ 3 ਆਰਡੀਨੈਂਸ ਪਾਸ ਹੋਏ ਨੇ ਬਹੁਤ ਗਲਤ ਪਾਸ ਹੋਏ ਆ ਜੀ। ਮੈਂ ਕਿਸਾਨਾਂ ਦੇ ਹੱਕ ਲਈ ਖੜਾ, ਮਜ਼ਦੂਰਾਂ ਦੇ ਹੱਕ ਲਈ ਖੜਾ। ਜਿਹੜੇ ਮਿਹਨਤ ਕਰਦੇ ਨੇ ਲੋਕ, ਉਹ ਚਾਹੇ ਕਣਕ 'ਚੋਂ ਕੁੰਡੀਆਂ ਕੱਢ ਕੇ ਦਾਣੇ ਇਕੱਠੇ ਕਰ ਰਹੇ ਨੇ, ਉਹ ਚਾਹੇ ਹੁਣ ਝੋਨਾ ਆ ਗਿਆ ਝੋਨੇ ਦੇ ਵਿੱਚੋਂ ਖਾਕ ਕੱਢ ਰਹੇ ਨੇ ਔਰ ਆਪਣੇ ਦਾਣੇ ਲੱਗ ਕਰ ਰਹੇ। ਮੈਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਵੀ ਹਾਂ, ਉਹ ਜਿਹੜੇ ਛਾਨਾਂ ਲਾਉਂਦੇ ਉਹਨਾਂ ਦੇ ਹੱਕ ਦੇ ਵਿੱਚ ਵੀ ਹਾਂ, ਜਿਹੜਾ ਨੇ ਸੱਪਾਂ ਦੀਆਂ ਸਿਰੀਆਂ ਤੇ ਮਿੱਧ ਕੇ ਨਾ ਪਾਣੀ ਲਾਇਆ ਝੋਨੇ ਨੂੰ, ਕਣਕ ਨੂੰ ਪਾਣੀ ਲਾਉਂਦੇ ਧੁੰਦਾਂ ਦੇ ਵਿੱਚ ਅੱਧੀ ਰਾਤ ਨੂੰ, ਜਦੋਂ ਰਾਤ ਨੂੰ ਲਾਈਟ ਆਉਂਦੀ ਆ। ਪਰ ਹੁਣ ਜਿਹੜੇ ਇਹ 3 ਬਿੱਲ ਪਾਸ ਹੋਏ ਨੇ ਉਹ ਚਾਹੇ ਹਰਿਆਣੇ ਵਾਸਤੇ ਹੈ, ਚਾਹੇ ਹਿਮਾਚਲ ਵਾਸਤੇ ਹੈ, ਚਾਹੇ ਪੰਜਾਬ ਵਾਸਤੇ, ਚਾਹੇ JNK ਵਾਸਤੇ, ਤੇ ਚਾਹੇ ਯੂਪੀ ਦੇ ਵਿੱਚ, ਚਾਹੇ ਬਿਹਾਰ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਕੋਲੇ ਦੀ ਖੇਤੀ ਕਰਦੇ ਨੇ, ਕੋਲਾ ਕੱਢਦੇ ਨੇ, ਉਹਨਾਂ ਦਾ ਟੈਕਸ ਬੰਦ ਕਰ ਰਹੇ ਨੇ। ਮੈਂ ਕਿਉਂਕਿ ਇਹਨਾਂ ਜੱਟਾਂ ਦੇ ਕਰਕੇ ਹੀ, ਇਹਨਾਂ ਕਿਸਾਨਾਂ ਦੇ ਕਰਕੇ ਹੀ, ਇਹਨਾਂ ਲੋਕਾਂ ਮਿਹਨਤਕਸ਼ ਕਰਕੇ ਸਾਡੇ ਪ੍ਰੋਗਰਾਮ ਚੱਲਦੇ ਨੇ। ਮੈਂ ਇਸੇ ਕਰਕੇ ਇਹ ਬਾਈਟ ਦੇ ਰਿਹਾ ਤੁਹਾਡੇ ਸਾਂਝੇ ਮੁੱਦੇ 'ਤੇ ਕਿ ਸਾਨੂੰ ਲੋੜ ਹੈ ਇਹਨਾਂ ਲੋਕਾਂ ਦੀ, ਕਿਉਂਕਿ ਇਹ ਲੋਕ ਜਦੋਂ ਖੁਦਕੁਸ਼ੀਆਂ ਕਰਦੇ ਨੇ ਤਾਂ ਸਾਡਾ ਦਿਲ ਦੁਖਦਾ ਹੈ। ਮਜ਼ਦੂਰ ਕੋਈ ਵੀ ਜਦੋਂ ਖੁਦਕੁਸ਼ੀ ਕਰਦਾ ਹੈ ਤਾਂ ਸਾਡਾ ਦਿਲ ਦੁਖਦਾ ਹੈ। ਅਸੀਂ ਦਲਵਿੰਦਰ ਦਿਆਲਪੁਰੀ ਸਾਰੇ ਕਲਾਕਾਰ ਕਰਤਾਰਪੁਰ ਦੇ, ਕਪੂਰਥਲੇ ਦੇ, ਜਲੰਧਰ ਦੇ, ਜਿੱਦਾਂ ਲੁਧਿਆਣੇ ਦੇ ਵਿੱਚ ਸਾਰੇ ਕਲਾਕਾਰ ਇਕੱਠੇ ਹੋ ਕੇ ਕਿਸਾਨਾਂ ਦੇ ਨਾਲ ਹੈ। ਮੈਂ ਵੀ ਸਾਂਝੇ ਮੁੱਦੇ ਰਾਹੀਂ ਇਹ ਅੱਜ ਐਲਾਨ ਕਰਦਾ ਕਿ ਅਸੀਂ ਇਹਨਾਂ ਦੇ ਨਾਲ ਹੈ। ਜਿਹੜਾ 25 ਤਰੀਕ ਨੂੰ ਬਹੁਤ ਵੱਡਾ ਧਰਨਾ ਪੰਜਾਬ ਬੰਦ ਦਾ ਸੱਦਾ ਹੈ, ਅਸੀਂ ਆਪ ਖੁਦ ਮੋਹਰੇ ਹੋ ਕੇ ਪੰਜਾਬ ਬੰਦ ਦੇ ਸੱਦੇ ਨੂੰ ਪੂਰੀ ਹਮਾਇਤ ਦੇਵਾਂਗੇ ਔਰ ਕਿਸਾਨਾਂ ਦੇ ਨਾਲ ਹੈ, ਜੱਟਾਂ ਦੇ ਨਾਲ ਹੈ। ਕਿਉਂਕਿ ਜਿਹੜੇ ਰੱਬ ਦਾ ਨਾਂ ਲੈ ਕੇ ਹੱਲ ਜੋੜ ਲੈਂਦੇ ਸੀ, ਲੋਕਾਂ ਸੁੱਤਿਆਂ ਦੇ ਖੂਹ ਵੱਲ ਮੋੜ ਲੈਂਦੇ ਸੀ, ਇਹੋ ਰਿਜ਼ਕਾਂ ਦੇ ਮਾਰੇ ਦਿਨ ਰਾਤ ਜੋ ਵਿਚਾਰੇ ਇਹ ਮਿਹਨਤਾਂ ਦੀ ਚੱਕੀ ਵਿੱਚ ਪਿਸਦੇ, ਉਹ ਕਦੇ ਖੇਤਾਂ ਵਿੱਚ ਆ ਕੇ ਵੇਖੋ ਜੱਟ ਰੁਲਦੇ। ਦਿੱਲੀ ਵਾਲਿਓ ਜਿਹੜੇ ਏਸੀ ਵਾਲੇ ਕਮਰਿਆਂ 'ਚ ਬੈਠੇ ਆ, ਕਦੇ ਖੇਤਾਂ ਵਿੱਚ ਆ ਕੇ ਵੇਖੋ ਜੱਟ ਰੁਲਦੇ। ਤੁਸੀਂ ਕਿਹੜਿਆਂ ਜੱਟਾਂ ਦੀ ਗੱਲ ਕਰਦੇ? ਜੱਟਾਂ ਦੀ ਰੀਸ ਨਹੀਂ ਕੋਈ ਕਰ ਸਕਦਾ। ਸਾਡੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਬਿੱਲ ਤੋਂ ਉਹਨਾਂ ਨੂੰ ਕਿੰਨਾ ਕੁ ਫਰਕ ਪੈ ਰਿਹਾ, ਜਾਣਦੇ ਆ।
ਭਾਈ ਤੁਸੀਂ ਦੱਸੋ ਕਿ ਜਿਹੜੇ ਇਹ ਬਿੱਲ ਪਾਸ ਕੀਤੇ ਨੇ ਕੇਂਦਰ ਸਰਕਾਰ ਨੇ, ਇੰਨੇ ਹੰਗਾਮੇ ਤੋਂ ਬਾਅਦ ਇਹ ਬਿੱਲ ਪਾਸ ਹੋਏ ਆ, ਕਈ ਥਾਈਂ ਇਹਨਾਂ ਦਾ ਵਿਰੋਧ ਵੀ ਚੱਲਦਾ ਪਿਆ ਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੇ ਬਿੱਲ ਪਾਸ ਹੋਏ ਆ ਵੀਰ ਜੀ, ਇਹਨਾਂ ਦੇ ਵਿੱਚ ਨਿਰਾ ਹੀ ਕਿਸਾਨਾਂ ਦੇ ਨਾਲ ਧੱਕਾ ਆ। ਔਰ ਜੇਕਰ ਆਪਾਂ ਥੋੜਾ ਜਿਹਾ ਡੂੰਘਾਈ ਦੇ ਵਿੱਚ ਜਾ ਕੇ ਸੋਚੀਏ ਕਿ ਇਹ ਜਿਹੜੇ ਬਿੱਲ ਕਿਸਾਨਾਂ ਦੇ ਹੱਕ ਵਿੱਚ ਨੇ ਜਾਂ ਉਹਨਾਂ ਦੇ ਖਿਲਾਫ ਨੇ, ਇਹ ਕਲੀਅਰ ਕੱਟ ਜਿਹੜੀ ਪਿਕਚਰ ਉਹ ਸਾਹਮਣੇ ਆ ਜਾਂਦੀ ਹੈ। ਇੱਕ ਤਾਂ ਜਿਹੜੀ ਮਿਨੀਮਮ ਸੇਲਿੰਗ ਪ੍ਰਾਈਸ ਹੈਗੀ ਹੈ, ਜਿਸ ਤਰ੍ਹਾਂ ਪਹਿਲਾਂ ਚੱਲਦੀ ਪਈ ਆ, ਉਹਦੇ ਵਿੱਚ ਉਹ ਖਤਮ ਕੀਤੀ ਗਈ ਹੈ, ਜਿਸ ਦੇ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਊਗਾ। FCI ਖਤਮ ਕੀਤੀ ਗਈ ਹੈ, ਮੰਡੀ ਬੋਰਡ ਜਿਹੜਾ ਖਤਮ ਹੋ ਰਿਹਾ ਆ। ਇਹ ਜਿਹੜੀ ਕਾਰਪੋਰੇਟ ਘਰਾਣਿਆਂ ਨੂੰ ਇਹ ਜਿਹੜੀ ਸਾਰੀ ਖਰੀਦ ਜਿਹੜੀ ਦਿੱਤੀ ਜਾ ਰਹੀ ਹੈ, ਸਰਕਾਰ ਨੂੰ ਸਹੀ ਮਾਇਨੇ ਦੇ ਵਿੱਚ ਇਹ ਚਾਹੀਦਾ ਸੀਗਾ ਵੀ ਜਿਸ ਤਰ੍ਹਾਂ ਜਿਹੜੀ ਮੰਡੀ ਬੋਰਡ ਜਾਂ FCI ਪਹਿਲਾਂ ਚੱਲਦਾ, ਉਹਨੂੰ ਐਜ਼ ਇਟ ਇਜ਼ ਚੱਲਦਾ ਰੱਖਦਾ, ਕਾਰਪੋਰੇਟ ਘਰਾਣਿਆਂ ਨੂੰ ਨਾਲ ਜੋੜ ਦਿੰਦਾ, ਤੇ ਜਿਹੜੀ ਮਿਨੀਮਮ ਸੇਲਿੰਗ ਪ੍ਰਾਈਸ ਹੈਗੀ ਹੈ ਉਹ ਵੀ ਐਜ਼ ਇਟ ਇਜ਼ ਰਹਿੰਦੀ। ਕਿਉਂਕਿ ਜਦੋਂ ਦੋ ਜਾਣੇ ਇੱਕ ਕਿਸੇ ਚੀਜ਼ ਦੀ ਬੋਲੀ ਦਿੰਦੇ ਆ ਤੇ ਉਹਦਾ ਜਿਹੜਾ ਡਿਫਰੈਂਸ ਹੈ ਸ਼ਾਇਦ ਉਹ ਕੱਲ੍ਹ ਨੂੰ ਮਿਲ ਕੇ ਵੀ ਕਰ ਸਕਦੇ ਆ। ਜਿੱਥੇ 3 ਜਾਣੇ ਜਾਂ 4 ਜਾਣੇ ਹੋ ਜਾਂਦੇ ਆ, ਉੱਥੇ ਕਿਸੇ ਵੀ ਫਸਲ ਦੀ ਬੋਲੀ ਲੱਗਦੀ ਤੇ ਉਹਦਾ ਕਿਸਾਨਾਂ ਨੂੰ ਜਿਹੜਾ ਸਿੱਧੇ ਤੌਰ ਤੇ ਫਾਇਦਾ ਹੋਣਾ ਸੀ। ਤੇ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਆ ਉਹ ਹੋਰ ਸਟੇਟਾਂ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਆਪਣਾ ਪਲਾਨ ਕੀਤਾ, ਪਰ ਉਹਦਾ ਜਿਹੜਾ ਵਿਰੋਧ ਆ ਹਰੇਕ ਸਟੇਟ ਦੇ ਵਿੱਚ ਹੋ ਰਿਹਾ। ਮੈਂ ਇੱਕ ਬੇਨਤੀ ਕਰਦਾ ਸੈਂਟਰ ਗਵਰਨਮੈਂਟ ਨੂੰ, ਆਪਣੇ ਮਾਨਨੀय ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ, ਕਿ ਇਸ ਤੋਂ ਪਹਿਲਾਂ ਤੁਸੀਂ ਗੁਜਰਾਤ ਦੇ ਵਿੱਚ ਜਿਹੜਾ ਮਾਡਲ ਹੈ ਇਸ ਨੂੰ ਲਾਂਚ ਕਰੋ, ਜਿਹੜਾ ਤੁਸੀਂ ਆਰਡੀਨੈਂਸ ਲੈ ਕੇ ਆਏ ਉੱਥੇ ਕਰੋ। ਜੇਕਰ ਉਸ ਦੇ ਉੱਤੇ ਉੱਥੇ ਦੇ ਕਿਸਾਨ ਜਿਹੜੇ ਹੈਗੇ ਆ, ਉਹਨਾਂ ਦੀ ਜਿਹੜੀ ਆਮਦਨੀ ਹੈ, ਜਿਸ ਤਰ੍ਹਾਂ ਉਹ ਕਹਿੰਦੇ ਅਸੀਂ 2022 ਦੇ ਵਿੱਚ ਦੁੱਗਣੀ ਕਰ ਦੇਣੀ ਹੈ, ਜੇਕਰ ਉਹ ਦੁੱਗਣੀ ਹੁੰਦੀ ਹੈ ਤਾਂ ਜਿਹੜੇ ਪੰਜਾਬ ਦੇ ਕਿਸਾਨ ਹੈ ਉਹ ਕਿਸੇ ਹੱਦ ਤੱਕ ਬਿਨਾਂ ਕਿਸੇ ਸ਼ਰਤ ਦੇ ਇਸ ਆਰਡੀਨੈਂਸ ਨੂੰ ਮਨਜ਼ੂਰ ਕਰ ਲੈਣਗੇ। ਔਰ ਜੇਕਰ ਆਪਾਂ ਇੱਕ ਹੋਰ ਐਗਜ਼ਾਮਪਲ ਅਸਾਮ ਦੇ ਵਿੱਚ ਦੇਖੀਏ, ਜਿੱਥੇ ਚਾਹ ਪੱਤੀ ਹੈ ਜਿਹੜੀ ਅੱਜ ਕੱਲ੍ਹ ਅੰਬਾਨੀ ਅਡਾਨੀ ਜਿਹਨਾਂ ਦੇ ਆਪਾਂ ਨਾਂ ਜਾਣਦੇ ਹਾਂ, ਉਹਨਾਂ ਦਾ ਉੱਥੇ ਕਬਜ਼ਾ ਹੋ ਗਿਆ ਆ। ਉਹ ਵੀ ਇਸੇ ਤਰ੍ਹਾਂ ਦਾ ਹੀ ਇੱਕ ਤਰ੍ਹਾਂ ਉਹਨਾਂ ਨੇ ਸਿਸਟਮ ਬਣਾਇਆ ਸੀਗਾ। ਅੱਜ ਜਿਹੜੇ ਕਿਸਾਨ ਹੈ ਉਹਨਾਂ ਦਾ ਵੀ ਕੱਲ੍ਹ ਨੂੰ ਉਹੀ ਹਾਲ ਹੋਣਾ, ਜਿਸ ਤਰ੍ਹਾਂ ਅਸਾਮ ਦੇ ਵਿੱਚ ਜਿਹੜੇ ਅਸਾਮ ਦੀ ਖੇਤੀ ਕਰਨ ਵਾਲੇ ਸੀਗੇ, ਅੱਜ ਉੱਥੇ ਆਪਣੇ ਖੇਤਾਂ ਦੇ ਵਿੱਚ ਉਹ ਦਿਹਾੜੀਆਂ ਕਰ ਰਹੇ ਆ। ਸੋ ਇਸ ਕਰਕੇ ਜਿਹੜਾ ਆਰਡੀਨੈਂਸ ਕੀਤਾ ਆ, ਸਰਕਾਰ ਨੇ ਪਾਸ ਕੀਤਾ ਆ, ਇਹ ਬਿਲਕੁਲ ਹੀ ਜਿਹੜਾ ਕਿਸਾਨਾਂ ਦੇ ਉਲਟ ਆ। ਇਹ ਕਿਸੇ ਅਨਪੜ੍ਹ ਵਿਅਕਤੀ ਨੂੰ, ਕਿਸੇ ਅਣਜਾਣ ਵਿਅਕਤੀ ਨੂੰ ਵੀ ਪੁੱਛ ਲਓ ਇਹਦੇ ਫਾਇਦੇ ਕੀ ਆ ਤੇ ਇਹਦੇ ਨੁਕਸਾਨ ਕੀ ਆ, ਔਰ ਸਿੱਧੇ ਤੌਰ ਤੇ ਤੁਹਾਨੂੰ ਦੱਸੂਗਾ ਇਹਦਾ ਫਾਇਦਾ ਕੋਈ ਨਹੀਂ, ਇਹਦਾ ਸਿੱਧੇ ਤੌਰ ਤੇ ਜਿਹੜਾ ਨੁਕਸਾਨ ਹੈਗਾ ਹੈ। ਕਿਸਾਨ ਬਾਰ-ਬਾਰ ਕਹਿ ਰਿਹਾ ਕਿ MSP ਖਤਮ ਕਰ ਦਿੱਤੀ ਜਾਏਗੀ, ਪਰ ਸਰਕਾਰ ਵੀ ਬਾਰ-ਬਾਰ ਕਹਿ ਰਹੀ ਹੈ ਕਿ MSP ਜਿਹੜੀ ਹੈਗੀ ਉਹ ਬਰਕਰਾਰ ਰੱਖੀ ਜਾਏਗੀ। ਇਸ ਤੇ ਤੁਸੀਂ ਕੀ ਕਹਿੰਦੇ ਹੋ? ਦੇਖੋ, ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਹੈ ਤੇ ਖਾਣ ਵਾਲੇ ਹੋਰ ਹੈ। ਜੇਕਰ ਇਹ MSP ਜਿਹੜੀ ਮਿਨੀਮਮ ਸੇਲਿੰਗ ਪ੍ਰਾਈਸ ਹੈ ਉਹਨਾਂ ਨੇ ਬਰਕਰਾਰ ਰੱਖਣੀ ਹੈ ਤੇ ਫਿਰ ਉਹ ਜਨਤਕ ਕਰੇ ਜਿਹੜਾ ਉਹਨਾਂ ਦਾ ਐਗਰੀਮੈਂਟ ਹੈਗਾ ਆ। ਉਹ ਕਿਸਾਨਾਂ ਨੂੰ ਦੱਸੇ ਵੀ ਆ ਜਿਹੜੀ ਮਿਨੀਮਮ ਸੇਲਿੰਗ ਪ੍ਰਾਈਸ ਹੈਗੀ ਐਜ਼ ਇਟ ਇਜ਼ ਇਦਾਂ ਹੀ ਰਹੂਗੀ। ਪਰ ਉਹ ਕਹਿਣ ਦੀਆਂ ਗੱਲਾਂ ਹੋਰ ਨੇ ਤੇ ਕਰਨ ਦੀਆਂ ਗੱਲਾਂ ਹੋਰ ਨੇ। ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਸਿੱਧੇ ਤੌਰ ਤੇ ਫਾਇਦਾ ਪਹੁੰਚਾਉਣਾ ਆ। ਇਹਦੇ ਵਿੱਚ ਮੈਂ ਇੱਕ ਤੁਹਾਨੂੰ ਹੋਰ ਚੀਜ਼ ਜੋੜ ਦਿੰਦਾ, ਜਿਸ ਤਰ੍ਹਾਂ ਹੁਣ ਜਿਹੜੇ ਹਾਲਾਤ ਹੈਗੇ ਆ, ਇੱਥੇ ਕਿਸਾਨਾਂ ਦੀ ਜਿਹੜੀ ਫਸਲ ਹੈ ਉਹਦੀ ਜਿਹੜੀ ਇੰਸ਼ੋਰੈਂਸ ਹੈ ਉਹ ਨਾ ਮਾਤਰ ਹੈ। ਚਾਹੇ ਉਹ ਕੁਦਰਤੀ ਕਰੋਪੀ ਕਰਕੇ ਹੋਵੇ, ਚਾਹੇ ਕਿਸੇ ਬਿਮਾਰੀ ਕਰਕੇ ਹੋਵੇ, ਜਾਂ ਕਿਸੇ ਕਾਰਨ ਜਿਹੜੀ ਹੈ ਕੋਈ ਕਿਸਾਨ ਦੀ ਫਸਲ ਨੂੰ ਅੱਗ ਲੱਗ ਜਾਂਦੀ ਹੈ, ਉਹਦੀ ਜਿਹੜੀ ਇੰਸ਼ੋਰੈਂਸ ਹੈ ਨਾ ਮਾਤਰ ਹੈ। ਔਰ ਜਦੋਂ ਇਹ ਕਾਰਪੋਰੇਟ ਘਰਾਣਿਆਂ ਦਾ ਸਿਸਟਮ ਇੱਥੇ ਬਣ ਗਿਆ, ਜਿਹੜੇ ਆਰਡੀਨੈਂਸ ਪਾਸ ਹੋਏ ਆ, ਔਰ ਇਹ ਗੱਲ ਹੁਣੇ ਹੀ ਉੱਠ ਕੇ ਬਾਹਰ ਆ ਗਈ ਆ ਕਿ ਹਰ ਇੱਕ ਖੇਤੀ ਦੀ ਇੰਸ਼ੋਰੈਂਸ ਕੀਤੀ ਜਾਊਗੀ। ਪਰ ਇਹਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਵੀ ਫਾਇਦਾ ਮਿਲੇਗਾ। ਜੇ ਤੁਹਾਡੀ ਖੇਤੀ ਦੀ, ਤੁਹਾਡੀ ਜਿੰਸ ਦੀ ਇੰਸ਼ੋਰੈਂਸ ਹੀ ਹੋ ਜਾਂਦੀ ਹੈ ਤਾਂ ਉਹ ਫਸਲ ਮਰੀ ਤਾਂ ਨਹੀਂ। ਜੇ ਉਹ ਫਸਲ ਨਹੀਂ ਮਰੀ ਤਾਂ ਹੁਣ ਕਿਉਂ ਨਹੀਂ ਹੈਗੀ ਉਹ ਇੰਸ਼ੋਰੈਂਸ ਪਾਲਿਸੀ ਜਿਹੜੀ ਹੁਣ ਕਿਉਂ ਨਹੀਂ ਹੈਗੀ? ਜਦੋਂ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਸਿਸਟਮ ਹੈ ਜਿਹੜਾ ਥੋੜ੍ਹਾ ਵੱਧ ਜਾਣਾ ਆ, ਫਿਰ ਉਦੋਂ ਕਿਉਂ ਹੋ ਰਹੀ ਹੈ? ਜੇ ਜਿਹੜੀ ਸਰਕਾਰ ਹੈ ਕਿਸਾਨਾਂ ਦੇ ਹੱਕ 'ਚ ਹੈ ਤੇ ਉਹ ਹੁਣ ਤੋਂ ਹੀ ਇਹੋ ਜਿਹੜੀਆਂ ਪਾਲਿਸੀਆਂ ਹੋਣੀਆਂ ਚਾਹੀਦੀਆਂ ਸੀ, ਜਾਂ ਪਿਛਲੇ ਲੰਬੇ ਸਮੇਂ ਤੋਂ ਹੋਣੀਆਂ ਚਾਹੀਦੀਆਂ ਸੀ, ਕਿ ਹਰ ਇੱਕ ਜ਼ਮੀਨਦਾਰ ਦੀ ਫਸਲ ਜਿਹੜੀ ਆ ਉਹਦੀ ਇੰਸ਼ੋਰੈਂਸ ਕੀਤੀ ਜਾਵੇ, ਤਾਂ ਕਿ ਉਸ ਦਾ ਜਿਹੜਾ ਮਾਲੀ ਤੌਰ ਤੇ ਕਿਸਾਨ ਨੂੰ ਜਿਹੜਾ ਡੁੱਬਣ ਨਾ ਦਿੱਤਾ ਜਾਵੇ। ਅੱਜ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਵੀ ਧਰਨੇ ਦੇ ਰਹੀ ਹੈ, ਕਿਤੇ ਨਾ ਕਿਤੇ ਹਰਸਿਮਰਤ ਕੌਰ ਬਾਦਲ ਜੀ ਨੇ ਵੀ ਆਪਣਾ ਅਸਤੀਫਾ ਜਿਹੜਾ ਹੈ ਦੇ ਦਿੱਤਾ ਹੈ, ਪਰ ਉਹਨਾਂ ਦਾ ਅਲਾਈਅੰਸ ਹਜੇ ਵੀ BJP ਦੇ ਨਾਲ ਬਰਕਰਾਰ ਹੈ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਵੀਰ ਜੀ, ਰਾਜਨੀਤਿਕ ਜਿਹੜਾ ਬੰਦਾ ਹੁੰਦਾ ਨਾ, ਉਹਦੇ ਉੱਤੇ 1% ਵੀ ਜਿਹੜਾ ਟਰਸਟ ਨਹੀਂ ਕੀਤਾ ਜਾ ਸਕਦਾ। ਉਹ ਆਪਾਂ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਦੇਖ ਹੀ ਲਿਆ ਆ। ਅੱਜ ਤੱਕ ਕਿਸੇ ਵੀ ਮੰਤਰੀ ਨੇ, ਕਿਸੇ ਵੀ ਸੰਤਰੀ ਨੇ ਨਾ ਕਿਸਾਨਾਂ ਦੀ ਤੇ ਨਾ ਗਰੀਬਾਂ ਦੀ ਗੱਲ ਕੀਤੀ ਹੈ, ਨਾ ਦਲਿਤ ਪਰਿਵਾਰਾਂ ਦੀ ਗੱਲ ਕੀਤੀ ਹੈ। ਪਿੱਛੇ ਦੇ ਤੁਹਾਨੂੰ ਪਤਾ ਜਿਹੜਾ ਰਿਜ਼ਰਵੇਸ਼ਨ ਦਾ ਚੱਕਰ ਸੀਗਾ, ਉਸ ਦੇ ਵਿੱਚ ਵੀ ਜਿਹੜੇ ਰਿਜ਼ਰਵੇਸ਼ਨ ਦੇ ਵਿੱਚ ਹੀ, ਕੋਟੇ ਦੇ ਵਿੱਚ ਹੀ ਜਿਹੜੇ ਮੰਤਰੀ ਬਣੇ ਆ, ਅਹੁਦਿਆਂ ਦੇ ਬੈਠੇ ਆ, ਉਹਨਾਂ ਵੱਲੋਂ ਵੀ ਕਿਸੇ ਵੱਲੋਂ ਵੀ ਕੋਈ ਇਹੋ ਜਿਹਾ ਸਟੈਪ ਨਹੀਂ ਲਿਆ ਗਿਆ ਸੀਗਾ ਜਿਸ ਦੇ ਨਾਲ ਉਹਨਾਂ ਨੂੰ ਕੋਈ ਫਾਇਦਾ ਹੋ ਸਕੇ। ਸੋ ਇਹ ਜਿਹੜੇ ਰਾਜਨੀਤਿਕ ਬੰਦੇ ਵੀਰ ਜੀ, ਇਹ ਸਿਰਫ ਬਿਆਨਬਾਜ਼ੀ ਕਰਦੇ ਆ ਔਰ ਕੰਮ ਜਿਹੜਾ ਇਹ ਬਿਲਕੁਲ ਨਹੀਂ ਕਰਦੇ ਹੈਗੇ। ਪਰ ਜਿਹੜਾ ਕਿਸਾਨ ਹੈ, ਜਦੋਂ ਜ਼ਮੀਨ ਦੇ ਵਿੱਚ ਜਾਂਦਾ ਹੈ ਆਪਣੀ ਫਸਲ ਨੂੰ, ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜੀ ਫਸਲ ਹੈ, ਇਹ ਕਿਸ ਤਰ੍ਹਾਂ ਕਿਸਾਨ ਨੇ ਆਪਣੇ ਪੁੱਤਾਂ ਵਾਂਗੂ, ਆਪਣੇ ਬੱਚਿਆਂ ਵਾਂਗੂ ਪਾਲੀ ਹੈ, ਤੇ ਜਦੋਂ ਇਹ ਮੰਡੀ 'ਚ ਲੈ ਕੇ ਜਾਂਦਾ, ਇਸ ਦਾ ਉਹਨੂੰ ਮੁੱਲ ਨਾ ਮਿਲੇ ਤਾਂ ਫਿਰ ਉਹ ਕਿਸਾਨ ਹੀ ਪੁੱਛਿਆ ਜਾਣਦਾ ਉਸ ਦੇ ਦਿਲ ਤੇ ਕੀ ਬੀਤਦੀ ਹੈ। ਮੈਂ ਤੁਹਾਡੇ ਤੋਂ ਇੱਕ ਸਵਾਲ ਲੈਣਾ ਚਾਹੂੰਗਾ, ਕੀ ਤੁਹਾਨੂੰ ਲੱਗਦਾ ਕਿ ਸੁਖਬੀਰ ਬਾਦਲ ਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਸੀ? ਉਹਨੂੰ ਅਸਤੀਫਾ ਦੇਣਾ, ਕਿਸਾਨਾਂ ਦੇ ਨਾਲ, ਹੱਕਾਂ ਦੇ ਨਾਲ ਖੜਨਾ ਚਾਹੀਦਾ ਸੀਗਾ ਉਹਨੂੰ, ਕਿ ਕਿਸਾਨਾਂ ਦੇ ਜੋ ਮੁੱਢ ਹੈ ਇਹ ਇਸ ਵੇਲੇ ਸੁਖਬੀਰ ਬਾਦਲ ਕੈਪਟਨ ਸਾਹਿਬ ਹੋ ਗਏ,
ਕਿ ਇਹ ਪੱਗਾਂ ਤਾਂ ਜ਼ਰੂਰ ਉੱਦਾਂ ਦੀਆਂ ਬੰਨ੍ਹ ਲੈਂਦੇ ਕੈਪਟਨ ਸਰਦਾਰ, ਅਸੀਂ ਪੰਜਾਬ ਦੇ ਮੁਖੀ ਆ। ਮੁਖੀ ਦੇ ਤਾਂ ਬੰਨ੍ਹਦੇ ਜੇ ਕਿਸਾਨਾਂ ਦੇ ਨਾਲ ਖੜਦੇ, ਕਿਸਾਨ ਮੁੱਢ ਆ ਪੰਜਾਬ ਦੀ। ਜੇ ਕਿਸਾਨ ਦੀ ਖੇਤੀ ਖਤਮ ਹੋ ਗਈ ਤੇ ਕਿਸਾਨ ਪੰਜਾਬ ਨੂੰ ਕੌਣ ਪੁੱਛੇਗਾ? ਇੰਨੀ 70-80 ਸਾਲਾਂ ਤੋਂ ਪੰਜਾਬ ਦਾ ਸਿਰਫ ਇਹ ਕਿਸਾਨੀ ਖੇਤੀ ਤੋਂ ਸਾਰੇ ਜਾਣੂ ਆ, ਪੂਰਾ ਵਰਲਡ ਜਾਣਦਾ, ਪੂਰੇ ਇੰਡੀਆ ਦਾ ਅੰਨਦਾਤਾ ਹੈ ਇਹ। ਇਸ ਵੇਲੇ ਇੱਥੋਂ ਜਿੰਨਾ ਸਾਡੇ ਹੀ ਤੁਸੀਂ ਕਰਤਾਰਪੁਰ ਹੈ, ਇੱਥੇ ਸਾਡੇ ਆ ਲਾਗੇ ਟਰੈਕ ਆ, ਇੱਥੋਂ ਟ੍ਰੇਨਾਂ ਸਾਰੀਆਂ ਭਰ ਜਾਂਦੀਆਂ, ਕਣਕਾਂ ਦੀਆਂ ਵੀ ਜਾਂਦੀਆਂ, ਝੋਨੇ ਦੀਆਂ ਵੀ ਆਉਂਦੀਆਂ। ਹੁਣ ਇਸ ਵੇਲੇ ਜ਼ਿਮੀਂਦਾਰ ਮਰਨ ਦਿਆ ਕਿ ਇਸ ਜੇ ਪਹਿਲੋਂ ਇਹ ਚੀਜ਼ਾਂ ਚਾਹੀਦੀਆਂ ਸੀਗੀਆਂ, ਇੰਸ਼ੋਰੈਂਸ ਦਾ ਵੀ ਤੁਸੀਂ ਕਿਹਾ ਕਿ ਇੰਸ਼ੋਰੈਂਸ ਚਾਹੀਦੀ ਆ, ਇਹ ਪਹਿਲੋਂ ਕਿਉਂ ਨਹੀਂ ਇੰਸ਼ੋਰੈਂਸ ਦਿੱਤੀ ਗਈ ਕਿਸੇ ਵੀ ਕਿਸਾਨ ਨੂੰ? ਜੇ ਆਰਡੀਨੈਂਸ ਨੂੰ ਲਾਉਂਦੇ ਆ, ਇਹ ਬਿੱਲ ਪਾਸ ਕਰਦੇ ਆ, ਉਹਦੇ ਨਾਲ ਕੀ ਆ, ਛੋਟਾ ਜ਼ਿਮੀਂਦਾਰ ਮਰਦਾ। ਅੱਜ ਦੀ ਡੇਟ ਦੇ ਵਿੱਚ ਸਾਨੂੰ ਕਿਸੇ ਛੋਟੇ ਜ਼ਿਮੀਂਦਾਰ ਨੂੰ ਕਿਸੇ ਆੜ੍ਹਤੀ ਕੋਲ ਪੈਸੇ ਲੈਣੇ, ਸਾਨੂੰ 5 ਮਿੰਟ ਦੇ ਵਿੱਚ ਪੈਸੇ ਮਿਲ ਜਾਂਦੇ। ਯਾਰ ਆਹ 10,000 ਚਾਹੀਦਾ, 5,000 ਚਾਹੀਦਾ, ਐਮਰਜੈਂਸੀ ਆ, ਅਸੀਂ ਕਿਤੇ ਦਵਾਈ ਛਿੜਕਾਉਣੀ ਆ ਜਾਂ ਕੋਈ ਆਪਣੇ ਫਸਲ ਦੇ ਵਿੱਚ ਕਿਤੇ ਪੈਸੇ ਲਾਉਣੇ ਆ, ਸਾਡੇ ਕੋਲ ਪੈਸੇ ਹੀ ਹੈ ਨਹੀਂ, ਕਿਸੇ ਵੇਲੇ ਐਮਰਜੈਂਸੀ ਕਿੱਥੋਂ ਲੈ ਕੇ ਆਉਣੇ ਆ? ਹੁਣ ਜੇ 2-3 ਸਾਲ ਲਈ ਜੇ ਅਸੀਂ ਗੌਰਮੈਂਟ ਨੂੰ ਆਪਣੀਆਂ ਪੈਲੀਆਂ ਦੇ ਦਈਏ ਗਾਂ, ਇਹਨਾਂ ਨੇ ਇੱਕ ਲੀਗ ਤੇ ਲੈ ਲੈਣਾ ਕਿ ਸਾਨੂੰ 2 ਜਾਂ 3 ਸਾਲ ਲਈ ਰੈਗੂਲਰ ਦੋਗੇ। ਠੇਕਾ ਸਿਸਟਮ ਹੋ ਜਾਂਦਾ, ਇੱਕ ਰਿਟਰਨ ਦੇ ਵਿੱਚ ਲੈਣਾ ਇਹਨਾਂ ਨੇ ਜੋ ਵੀ ਲੈਣਾ ਆਪਣੇ ਕੋਲ। ਪਰ ਅਸੀਂ ਖੜੇ ਪੈ ਸਰਕਾਰ ਤੋਂ ਕਿੱਥੋਂ ਪੈਸਾ ਲੈਣ ਜਾਵਾਂਗੇ? ਸਾਨੂੰ ਕੋਈ ਵਿਆਜ ਤਾਂ ਨਹੀਂ ਦੇਣਾ। ਅੱਜ ਦੀ ਰੇਟ ਜੇ ਤੁਸੀਂ 5,000 ਵੀ 10,000 ਵੀ ਜੇ ਤੁਸੀਂ ਬੈਂਕ ਦੇ ਵਿੱਚੋਂ ਵੀ ਲੋਨ ਲੈਣ ਜਾਂਦੇ ਨਾ, 36 ਪੇਪਰ 36 ਫਾਰਮੂਲੇ ਭਰਨੇ ਪੈਂਦੇ, ਫਿਰ ਜਾ ਕੇ 5 ਜਾਂ 10,000 ਰੁਪਏ ਮਿਲਦਾ। ਉਹ ਵੀ ਵਿੱਚੋਂ ਉਹੀ ਬੰਦੇ ਲੈ ਸਕਦੇ, ਮਾੜਾ ਜ਼ਿਮੀਂਦਾਰ ਪੈਸੇ ਵੀ ਨਹੀਂ ਲੈ ਸਕਦਾ ਕਿਸੇ ਬੈਂਕ ਦੇ ਵਿੱਚੋਂ ਲੋਨ। ਆਪਾਂ ਗੱਲ ਕਰਦੇ ਹਾਂ ਕਿ ਕਿਸਾਨੀ ਕਹਿ ਰਹੀ ਹੈ ਕਿ ਕਾਰਪੋਰੇਟ ਘਰਾਣਿਆਂ ਦੇ ਕੋਲ ਇਹ ਫਸਲਾਂ ਚਲੀਆਂ ਜਾਣੀਆਂ ਜਾਂ ਉਹਨਾਂ ਦੀਆਂ ਜ਼ਮੀਨਾਂ ਚਲੀਆਂ ਜਾਣਗੀਆਂ, ਪਰ ਇਹਦੇ ਵਿੱਚ ਨੁਕਸਾਨ ਕਿਵੇਂ ਹੈ ਉਹ ਥੋੜ੍ਹਾ ਡਿਟੇਲ 'ਚ ਦੱਸੋ। ਨੁਕਸਾਨ ਤਾਂ ਦੇਖੋ ਵੀਰ ਜੀ, ਜ਼ਿਮੀਂਦਾਰ ਦਾ ਇੱਦਾਂ ਹੀ ਹੋਣਾ ਹੈ ਕਿ ਜੇ ਉਹਨਾਂ ਦੇ ਜਾਂ ਆਪਣੇ ਇਹਨਾਂ ਦੇ ਕੋਲ ਚਲ ਗਈਆਂ ਆਮ ਕਿਸਾਨਾਂ ਦੀਆਂ, ਛੋਟੇ ਜ਼ਿਮੀਂਦਾਰਾਂ ਦੀ, ਕੋਈ ਇਸ ਵੇਲੇ 80% ਸਿਰਫ ਜ਼ਿਮੀਂਦਾਰ ਛੋਟੇ ਜ਼ਿਮੀਂਦਾਰ ਹੈਗੇ ਆ। ਕਿਸੇ ਕੋ ਕਿੱਲਾ ਪੈਲੀ, ਕਿਸੇ ਕੋ 2 ਕਿੱਲੇ, ਕਿਸੇ ਕੋ 5 ਕਿੱਲੇ। ਇਹ ਤੋਂ ਉੱਪਰ ਜਿਹੜੇ ਆ ਵੱਡੇ ਆ, ਉਹਨਾਂ ਨੂੰ ਤਾਂ ਇੰਨਾ ਫਰਕ ਨਹੀਂ ਪੈਣਾ ਜਿੰਨਾ ਛੋਟੇ ਜ਼ਿਮੀਂਦਾਰ ਨੂੰ ਪੈਣਾ ਆ। ਕੋਈ ਲੀਹ ਤੇ ਲੈ ਲੈਂਦੇ ਜਿਹੜੇ 2 ਜਾਂ 3 ਸਾਲ, ਜੇ ਉਹਨਾਂ ਨੇ ਕਹਿ ਦਿੱਤਾ ਕਿ ਅੱਜ ਇੱਥੇ ਲਸਣ ਦੀ ਖੇਤੀ ਹੋਣੀ ਤਾਂ ਲਸਣ ਦੀ ਹੀ ਹੋਣੀ ਪੈਣੀ, ਅਸੀਂ ਝੋਨਾ ਕਣਕ ਨਹੀਂ ਲਾ ਸਕਦੇ ਹੈਗੇ। ਹੁਣ ਆਪਣੀ ਮਰਜ਼ੀ ਨਾਲ ਸਾਡੇ ਕੋਲ ਥੋੜ੍ਹੇ ਪੈਸੇ ਆ, ਅਸੀਂ ਕਣਕ ਲਾ ਲੈਂਦੇ ਹਾਂ। ਜੇ ਉਹਨਾਂ ਨੇ ਕੱਲ੍ਹ ਨੂੰ ਕਹਿ ਦਿੱਤਾ ਜੀ ਇੱਥੇ ਸਾਨੂੰ ਆਹ ਚੀਜ਼ ਚਾਹੀਦੀ ਹੈ, ਜਾਂ ਚਣੇ ਲਗਾਉਣੇ ਆ, ਜਾਂ ਤੁਸੀਂ ਇੱਥੇ ਇਸ ਵੇਲੇ ਗਾਜਰਾਂ ਲਗਾਉਣੀਆਂ ਆ, ਅਸੀਂ ਉਹਨਾਂ ਦੇ ਹਿਸਾਬ ਨਾਲ ਚੱਲਾਂਗੇ। ਉਹ ਸਟਾਰਟਿੰਗ 'ਚ ਸਾਨੂੰ ਥੋੜ੍ਹੇ ਵਾਲੇ ਪੈਸੇ ਦੇ ਦੂਗੇ ਕਿ ਜਿੱਦਾਂ ਕਹਿ ਰਹੇ ਕਿ 20% ਤੁਹਾਨੂੰ ਅਸੀਂ ਦੇਵਾਂਗੇ, ਪਰ 20% ਇਹ ਦੇਖੋ ਜੇ 2-3 ਸਾਲ ਬਾਅਦ ਦੇ ਵਿੱਚ ਸਾਨੂੰ ਪੁੱਛੇਗਾ ਨਹੀਂ, ਅਸੀਂ ਲੀਗ ਤੇ ਦੇ ਦਿੱਤੀ ਉਹਨਾਂ ਨੂੰ। ਲੀਗ ਦਾ ਸਿਸਟਮ ਹੀ ਹੋ ਜਾਣਾ ਜੇ ਇਹਨਾਂ ਨੇ ਇਹ ਫੈਕਟਰੀਆਂ ਕਹਿ ਲਓ, ਜਿੱਦਾਂ ਵੀ ਇਹਨਾਂ ਦੀ ਆਪਣੀ ਸੁਸਾਇਟੀਆਂ ਜਾਂ ਇਹਨਾਂ ਦਾ ਬਣੀਆਂ ਹੋ ਗਈਆਂ ਆਰਡੀਨੈਂਸ ਦਾ, ਜਿੱਦਾਂ ਬਿੱਲ ਪਾਸ ਹੋਣੇ ਆ, ਜਾਂ ਇਹਨਾਂ ਦੀ ਆਪਣੀ ਜਿਹੜੀ ਉੱਪਰ ਫਰਮਾਂ ਨੇ ਆਉਣਾ ਆ, ਪਰ ਅਸੀਂ ਹੀ ਕਿੱਦਾਂ ਦੇ ਦੇਵਾਂਗੇ? ਅਸੀਂ ਬੱਚਿਆਂ ਨੂੰ ਵੀ ਵੱਡਾ ਨੁਕਸਾਨ ਜਿਹੜਾ ਜ਼ਿਮੀਂਦਾਰਾਂ ਦਾ ਵੀਰ ਜੀ ਉਹ ਇਸ ਗੱਲ ਦਾ ਆ, ਜਦੋਂ ਪ੍ਰਾਈਵੇਟ ਜਿਹੜਾ ਸੈਕਟਰ ਆ ਇਹਦੇ ਵਿੱਚ ਇਨਵੋਲਵ ਕਰ ਜਾਣਾ ਨਾ, ਉਹਨਾਂ ਨੇ ਆਪਣੀ ਮਰਜ਼ੀ ਨਾਲ ਫਸਲ ਚੱਕਣੀ ਆ। ਅੱਜ ਜੇ ਮਿਨੀਮਮ ਸੇਲਿੰਗ ਪ੍ਰਾਈਸ ਜਿਹੜਾ ਇੱਕ ਵੱਜਾ ਆ, ਉਹ ਕੱਲ੍ਹ ਨੂੰ ਖਤਮ ਹੋ ਗਿਆ, ਭਾਵੇਂ ਸਰਕਾਰਾਂ ਕਹੀ ਜਾਂਦੀਆਂ ਹੈ, ਪਰ ਉਹ ਨਥਿੰਗ ਕੁਛ ਨਹੀਂ ਹੈਗਾ ਇਹੋ ਜਿਹਾ। ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਉਹ ਚੀਜ਼ ਚੱਕਣੀ ਆ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਜੀ, ਜਿਸ ਤਰ੍ਹਾਂ ਜ਼ਿਮੀਂਦਾਰ ਕੋਈ ਆਪਣੇ ਖੇਤ ਦੇ ਵਿੱਚ ਆਲੂ ਉਗਾਉਂਦਾ ਆ, ਉਹ ਕਿਸਾਨ ਦੇ ਕੋਲੋਂ 2 ਰੁਪਏ 3 ਰੁਪਏ 4 ਰੁਪਏ 5 ਰੁਪਏ ਕਿਲੋ ਤੱਕ ਇੱਥੋਂ ਜਾਂਦਾ ਆ, ਔਰ ਜਦੋਂ ਵਿਦਆਊਟ ਸੀਜ਼ਨ ਉਹ ਜਿਨ੍ਹਾਂ ਨੇ ਸਟੋਰ ਕੀਤਾ ਆ, ਜਿਨ੍ਹਾਂ ਨੇ ਖਰੀਦਿਆ ਆ, ਉਹ ਕੱਢ ਕੇ ਤੁਸੀਂ ਵੀ ਵਰਤਦੇ ਆ ਘਰ ਦੇ ਵਿੱਚ, ਔਰ ਆਪਾਂ ਨੂੰ ਪਤਾ ਆਪਾਂ ਨੂੰ 20 25 ਰੁਪਏ ਕਿਲੋ ਮਿਲਦਾ। ਸੋ ਇਹ ਜਿਹੜਾ ਸਿਸਟਮ ਆ ਰਿਪੀਟ ਹੋ ਜਾਣਾ। ਜੇ ਅਸੀਂ ਕਣਕ ਬੀਜੀ ਹੈ, ਸਾਡੇ ਕੋਲੋਂ 1100-1200 ਨੂੰ ਉਹਨਾਂ ਨੂੰ ਲੈ ਗਏ ਆ, ਜਦੋਂ ਸਾਨੂੰ ਲੋੜ ਹੈ ਸਾਨੂੰ ਉਹੀ ਜਿਹੜੀ ਕਣਕ ਹੈ 2000 ਨੂੰ ਵੀ ਮਿਲ ਸਕਦੀ ਹੈ, 3000 ਨੂੰ ਮਿਲ ਸਕਦੀ, 4000 ਨੂੰ ਮਿਲ ਸਕਦੀ, ਕਿਉਂਕਿ ਇੱਕ ਮਾਲਕ ਬਣ ਗਿਆ ਉਸ ਚੀਜ਼ ਦਾ ਕਿ ਇਹ ਜਿਹੜੀ ਕਣਕ ਹੈ, ਇੱਕ ਚੀਜ਼ ਮੇਰੇ ਕੋਲ ਹੈ, ਮੈਨੂੰ ਆਪਣੀ ਮਰਜ਼ੀ ਨਾਲ ਸੇਲ ਕਰਾਂਗਾ। ਔਰ ਇਹਦੇ ਵਿੱਚ ਮਤ ਸੋਚੋ ਕਿ ਇਕੱਲੇ ਕਿਸਾਨ ਦਾ ਨੁਕਸਾਨ ਹੈ, ਇਹ ਆਪਾਂ ਦਿਲ ਦੇ ਵਿੱਚੋਂ ਵਹਿਮ ਕੱਢ ਦਈਏ ਕਿ ਇਕੱਲੇ ਕਿਸਾਨ ਦਾ ਨੁਕਸਾਨ ਹੈ। ਅੱਜ ਜਿਹੜੀ ਪੰਜਾਬ ਸਰਕਾਰ ਦੀ ਸਕੀਮ ਹੈ 2 ਰੁਪਏ ਕਿਲੋ ਜਿਹੜੀ ਕਣਕ ਆਪਣੇ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਂਦੀ ਹੈ, ਉਸ 'ਤੇ ਵੀ ਇਸ ਚੀਜ਼ ਦਾ ਇਫੈਕਟ ਬਹੁਤ ਵੱਡਾ ਪਏਗਾ। ਤੁਸੀਂ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਹੋ, ਜਦੋਂ ਇਹ ਬਿੱਲ ਲਿਆਂਦੇ ਜਾ ਰਹੇ ਸੀਗੇ ਤਾਂ ਉਸ ਵੇਲੇ ਜਿਹੜੀ ਕਮੇਟੀ ਬਣਾਈ ਗਈ ਸੀ, ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਸ ਕਮੇਟੀ ਦੇ ਵਿੱਚ ਹਾਜ਼ਰ ਸਨ, ਔਰ ਉਹਨਾਂ ਵੱਲੋਂ ਵੀ ਪਹਿਲਾਂ ਇਸ ਬਿੱਲ ਦੀ ਹਮਾਇਤ ਕੀਤੀ ਜਾ ਰਹੀ ਸੀ। ਬੇਸ਼ੱਕ ਅੱਜ ਉਹ ਵਿਰੋਧ ਕਰ ਰਹੇ ਨੇ, ਇਸ ਬਾਰੇ ਤੁਸੀਂ ਕੀ ਕਹੋਗੇ? ਵੀਰ ਜੀ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਕਿ ਜਿਹੜਾ ਬੰਦਾ ਰਾਜਨੀਤਿਕ ਹੈ ਨਾ, ਉਹਦੀ ਜ਼ੁਬਾਨ ਤੇ ਕੁਛ ਹੋਰ ਆ ਔਰ ਦਿਲ ਦੇ ਵਿੱਚ ਕੁਛ ਹੋਰ ਹੈ। ਉਹਨਾਂ ਨੇ 100 ਬੰਦਾ ਇੱਕ ਚੀਜ਼ 'ਤੇ ਸੋਚਣ ਨੂੰ ਰੱਖਿਆ ਆ ਵੀ ਇਸ ਚੀਜ਼ ਨੂੰ ਆਪਾਂ ਇਦਾਂ ਕਰਨਾ ਹੈ ਜਿਹਦੇ ਵਿੱਚ ਸਾਡੀ ਲੋਕਾਂ ਦੇ ਵਿੱਚ ਇਮੇਜ ਵੀ ਬਣ ਦੇਵੇ ਅਤੇ ਸਾਡਾ ਮਸਲਾ ਵੀ ਹੱਲ ਹੋ ਜਾਵੇ। ਇਹ ਜਿਹੜੀ ਰਾਜਨੀਤੀ ਹੈ ਇਹ ਕਿਸੇ ਦੀ ਸਕੀ ਨਹੀਂ ਹੈਗੀ। ਆਪਾਂ ਜਿਹੜੀ ਰਾਜਨੀਤੀ ਸ਼ੁਰੂਆਤ ਪਿੰਡਾਂ ਤੋਂ ਉੱਠਦੀ ਆ ਵੀਰ, ਪੰਚਾਇਤਾਂ ਤੋਂ ਉੱਠਦੀ ਆ, ਔਰ ਉੱਪਰ ਤੋਂ ਉੱਪਰ ਫਿਰ ਵੱਧਦੀ ਜਾਂਦੀ ਹੈ। ਅੱਜ ਆਪਾਂ ਦੇਖਦੇ ਹਾਂ ਕਿ ਉੱਪਰ ਜਿਹੜੇ ਘਰਾਣੇ ਆ, ਚਾਹੇ ਉਹ ਬਾਦਲ ਸਾਹਿਬ ਦਾ ਆ ਜੀ ਪਰਿਵਾਰ ਹੈ, ਚਾਹੇ ਕੈਪਟਨ ਦਾ ਪਰਿਵਾਰ ਹੈ, ਉਹਨਾਂ ਦੀ ਆਪਸ ਦੇ ਵਿੱਚ ਸਾਂਝਾਂ ਹੈਗੀਆਂ ਆ, ਉਹ ਜੱਗ ਜ਼ਾਹਰ ਨੇ। ਅਸੀਂ ਪਿੰਡਾਂ ਦੇ ਵਿੱਚ ਅਕਾਲੀ ਕਾਂਗਰਸੀ ਕਰਕੇ ਲੜੀ ਜਾਂਦੇ ਆ। ਕੋਈ ਵੀ ਜਿਹੜੀ ਪਾਰਟੀ ਆਉਂਦੀ ਹੈ, ਪਹਿਲੇ ਦੇ ਤੌਰ 'ਤੇ ਉਹਨੂੰ ਨਾ ਭਾਈਚਾਰਕ ਸਾਂਝਾਂ ਜਿਹੜੀਆਂ ਪਿੰਡਾਂ ਦੇ ਵਿੱਚ ਆ ਉਹਨਾਂ ਨੂੰ ਵੀ ਕਾਇਮ ਰੱਖਣ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ।
ਕਿਉਂਕਿ ਜਿੰਨਾ ਚਿਰ ਸਾਡੀਆਂ ਸਾਂਝਾਂ ਨਹੀਂ ਕਾਇਮ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਨਹੀਂ ਖੜਦੇ। ਅੱਜ ਕੱਲ੍ਹ ਪਿੰਡਾਂ ਦੇ ਵਿੱਚ ਇਹ ਹਾਲਾਤ ਹੋ ਗਏ ਆ ਕਿ ਤੁਸੀਂ ਇੱਕ ਦੂਜੇ ਦੇ ਮਰਨ ਜੰਮਣ ਵੀ ਛੱਡਿਆ ਹੋਇਆ ਆ, ਜਿਨ੍ਹਾਂ ਨੇ ਪਾਰਟੀਬਾਜ਼ੀ ਇੱਥੋਂ ਤੱਕ ਲੈ ਗਏ। ਇਹ ਜਿਹੜੀਆਂ ਚੀਜ਼ਾਂ ਆ, ਇਹ ਚਾਹੇ ਉਹ ਮੌਜੂਦਾ ਸਰਕਾਰ ਆ ਜਾਂ ਪਿਛਲੀਆਂ ਸਰਕਾਰਾਂ ਸੀ, ਉਹਨਾਂ ਦੀਆਂ ਹੀ ਬੀਜੀਆਂ ਹੋਈਆਂ ਨੇ। ਔਰ ਇੱਕ ਚੀਜ਼ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਦਾ, ਜਦੋਂ ਉੱਥੇ ਬਿੱਲ ਜਿਹੜਾ ਪਾਸ ਹੋਇਆ 245 ਤਕਰੀਬਨ ਮੈਂਬਰ ਹੈਗੇ ਆ ਜੀ, ਉਹਦੇ ਵਿੱਚੋਂ 83 ਕਿ 86 ਜਿਹੜੇ ਭਾਜਪਾ ਦੇ ਮੈਂਬਰ ਹੈ, ਉਹਨਾਂ ਦੀ ਵੋਟ ਆਪਾਂ ਮੰਨ ਲੈਨੇ ਕਿ ਉਹਨਾਂ ਨੂੰ ਪੈ ਗਈ ਹੋਊਗੀ ਜੀ, ਉਹਨਾਂ ਦੇ ਹੱਕ 'ਚ ਪੈ ਗਈ ਹੋਊਗੀ। ਤੇ ਬਾਕੀ ਜਿਹੜਾ ਕਾਫੀ ਲੋਕਾਂ ਦਾ ਵਿਰੋਧ ਵੀ ਹੈ ਜਾਂ ਅੰਦਰ ਖਾਤੇ ਕਿਸੇ ਨੇ ਪਾ ਵੀ ਦਿੱਤੀ ਹੋਊਗੀ, ਪਰ ਹਾਲੇ ਤੱਕ ਸੁਣਨ ਦੇ ਵਿੱਚ ਜੋ ਆਇਆ, ਪੱਕੀ ਰਿਪੋਰਟ ਤਾਂ ਕੋਈ ਸਾਡੇ ਕੋਲ ਹੈ ਨਹੀਂ ਗੀ ਕਿ ਇਸ ਜਿਹੜੀ ਆਪੋਜ਼ਿਟ ਵੋਟ ਹੈ ਉਹ ਜ਼ਿਆਦਾ ਆ, ਜਿਹੜੀ ਪੋਜ਼ਿਟਿਵ ਵੋਟ ਹੈ ਵੀ ਮਤਲਬ ਜਿਹੜੇ ਕਹਿੰਦੇ ਆਰਡੀਨੈਂਸ ਲਾਗੂ ਕਰਨਾ ਉਹ ਘੱਟ ਹੈ। ਸੋ ਇਸ ਕਰਕੇ ਬੇਨਤੀ ਹੈ ਕਿ ਵੀ ਸਰਕਾਰ ਨੂੰ ਕਰਦੇ ਆ ਕਿ ਜਿਨ੍ਹਾਂ ਦੀ ਵੋਟਿੰਗ ਹੋਈ ਹੈ ਉਹ ਵੀ ਕਿਤੇ ਜੱਗ ਜ਼ਾਹਰ ਕਰ ਦੇਣ ਤਾਂ ਲੋਕਾਂ ਨੂੰ ਪਤਾ ਲੱਗ ਜਾਊਗਾ ਕਿਹੜਾ ਸਾਡੇ ਹੱਕ 'ਚ ਖੜਦਾ ਤੇ ਕਿਹੜਾ ਸਾਡੇ ਸਾਹਮਣੇ ਖੜਦਾ ਹੈ। ਤੁਹਾਡਾ ਕੀ ਮੰਨਣਾ ਕਿ ਇਹਦੇ ਵਿੱਚ ਸਰਾਸਰ ਧੱਕੇਸ਼ਾਹੀ ਹੋਈ ਹੈ? 100% ਧੱਕੇਸ਼ਾਹੀ ਹੋਈ ਹੈ ਜੀ, ਇਹਦੇ ਵਿੱਚ ਕੋਈ ਦੋ ਗੱਲਾਂ ਨਹੀਂ ਹੈਗੀਆਂ। ਆਪਾਂ ਅੱਜ ਜਿਹੜੇ ਕਿਸਾਨ ਰੋਡਾਂ ਤੇ ਉਤਰੇ ਆ, ਇੱਕ ਕਿਸਾਨ ਨੇ ਬਾਦਲ ਦੇ ਪਿੰਡ ਦੇ ਵਿੱਚ ਸਾਹਮਣੇ ਉਹਦੇ ਜਿਹੜੇ ਘਰ ਦੇ ਲਾਇਆ ਸੀ ਧਰਨਾ, ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਆਤਮ ਹੱਤਿਆ ਵੀ ਕਰ ਲਈ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਬਾਅਦ ਜਿਹੜੇ ਕਿਸਾਨ ਅਕਾਲੀ ਦਲ ਦੇ ਨਾਲ ਵੀ ਤੁਰਦੇ ਸੀਗੇ ਜਾਂ ਕਾਂਗਰਸ ਦੇ ਨਾਲ ਤੁਰਦੇ ਸੀਗੇ, ਇਹਨਾਂ ਦੋਹੇ ਹਿਮਾਇਤੀ ਪਾਰਟੀਆਂ ਜਾਂ ਰਵਾਇਤੀ ਪਾਰਟੀਆਂ ਦੇ ਨਾਲ ਗਾਂਹ ਤੋਂ ਤੁਰਨਗੇ? ਦੇਖੋ, ਜਿੱਦਾਂ ਆਪਾਂ ਥੋੜ੍ਹਾ ਜਿਹਾ ਪਿਛਲੇ ਸਮੇਂ 'ਚ ਝਾਤੀ ਮਾਰੀ ਹੈ ਨਾ, ਜਿੱਦਾਂ ਸਾਡੇ ਬਜ਼ੁਰਗ ਸੀਗੇ ਉਹ ਪਹਿਲਾਂ ਕਿਸੇ ਪਾਰਟੀ ਨਾਲ ਜੁੜੇ ਸੀ ਤਾਂ ਉਹ ਅੱਜ ਵੀ ਕਹਿੰਦੇ ਅਸੀਂ ਉਸ ਪਾਰਟੀ ਨੂੰ ਵੋਟ ਪਾਉਣੀ ਹੈ। ਅੱਜ ਦਾ ਜਿਹੜਾ ਯੂਥ ਹੈ, ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਯੂਥ ਹੈ ਉਹ ਆਪਣੇ ਮਾਈਂਡ ਚਲਾਉਂਦਾ ਆ, ਆਪਣੇ ਮਾਈਂਡ ਦੇ ਵਿੱਚ ਕੁਝ ਗੱਲਾਂ ਕੈਚ ਕਰਦਾ ਆ। ਆਪਾਂ ਜਿੰਨੇ ਵੀ ਧਰਨੇ ਦੇਖਦੇ ਯੂਥ ਕਾਫੀ ਪਹੁੰਚਿਆ ਉੱਥੇ, ਔਰ ਚਾਹੇ ਉਹ ਕਾਂਗਰਸ ਦਾ ਹੋਵੇ, ਜਿਹੜੀ ਟਰੈਕਟਰ ਰੈਲੀ ਕੱਢੀ ਉੱਥੇ ਵੀ ਯੂਥ ਕਾਫੀ ਸੀ, ਜਾਂ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਲਾਏ ਗਏ ਆ ਉਹਦੇ ਵਿੱਚ ਵੀ ਯੂਥ ਕਾਫੀ ਸੀ। ਇਹ ਜਿਹੜੀ ਅਵੇਅਰਨੈਸ ਹੈ ਇਹ ਹੌਲੀ ਹੌਲੀ ਕਰਕੇ ਜਿਹੜੀ ਹੈ ਨੌਜਵਾਨਾਂ ਦੇ ਵਿੱਚ ਆ ਰਹੀ ਹੈ, ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਨੌਜਵਾਨ ਜਿਹੜੇ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਰਹੇ ਆ, ਔਰ ਜਿਹੜੀਆਂ ਪਾਰਟੀਆਂ ਨੂੰ ਉਹ ਸਹੀ ਤਰੀਕੇ ਦੇ ਨਾਲ ਵਾਚ ਕਰਦੇ ਆ ਵੀ ਕਿਹੜੀ ਸਾਡੇ ਹੱਕ ਦੇ ਵਿੱਚ ਹੈ ਤੇ ਕਿਹੜੀ ਸਾਡੇ ਵਿਰੋਧ ਦੇ ਵਿੱਚ ਹੈ। ਤੁਹਾਨੂੰ ਕੀ ਲੱਗਦਾ ਭਾਜੀ, ਇਹ ਜਿਹੜਾ ਰੋਹ ਹੈ ਕਿਸਾਨਾਂ ਦਾ, ਜਿਹੜਾ ਰੋਸ ਚੱਲਦਾ ਪਿਆ, ਬਹੁਤ ਲੰਬੇ ਸਮਾਂ ਹੋ ਗਿਆ ਚੱਲਦਾ ਪਿਆ ਆ, ਕਿੱਥੇ ਤੱਕ ਜਾਏਗਾ? ਦੇਖੋ, ਇਹ ਜਿਹੜੀਆਂ ਹੱਕ ਤਾਂ ਕਿਸਾਨ ਪਹਿਲੋਂ ਵੀ ਲੈਂਦਾ ਰਿਹਾ ਤੇ ਹੁਣ ਵੀ ਮੰਗਦਾ। ਇਹ ਜਦ ਤੱਕ ਇਹਨਾਂ ਦਾ ਆਪਣਾ ਹੱਕ ਨਹੀਂ ਮਿਲਦਾ ਤਦ ਤੱਕ ਤੇ ਚੱਲਦਾ ਰਹੇਗਾ। ਇਹ ਧਰਨਾ ਇਹ ਅੱਜ ਇਹ ਪੰਜਾਬ 'ਚ ਲੱਗ ਰਿਹਾ, ਕੱਲ੍ਹ ਨੂੰ ਸੈਂਟਰ ਗੌਰਮੈਂਟ ਤਾਂ ਦਿੱਲੀ ਗੇਟ ਤੱਕ ਲੱਗਣਗੇ ਜਾ ਕੇ। ਇਹ ਹੱਕ ਤਾਂ ਇਹਨਾਂ ਨੇ ਲੈਣੇ ਆ, ਅਸੀਂ ਵੀ ਨਾਲ ਚੱਲਾਂਗੇ। ਹਰ ਮਹੀਨੇ ਸਾਡੇ ਮੰਥਲੀ ਮੀਟਿੰਗ ਹੁੰਦੀ ਆ ਕਿਸਾਨ ਯੂਨੀਅਨ ਦੇ ਨਾਲ ਵੀ ਆ। ਮੈਂ ਪੋਲਿਟਿਕਸ ਦੇ ਵਿੱਚ ਵੀ ਹੈਗਾ, ਕਾਂਗਰਸ ਸਪੋਰਟਸ ਸੈੱਲ ਦਾ ਜ਼ਿਲ੍ਹਾ ਪ੍ਰੈਜ਼ੀਡੈਂਟ ਹਾਂ, ਪਰ ਮੈਂ ਆਪਣੇ ਪਹਿਲੋਂ ਕਿਸਾਨ ਆ। ਮੈਂ ਇੱਕ ਕਿਸਾਨ ਦਾ ਪੋਤਾ ਤਾਂ ਹੁਣ ਵੀ ਕਿਸਾਨ ਆ। ਮੈਂ ਆਪਣੀ ਖੇਤੀਬਾੜੀ ਆਪ ਕਰਦਾ ਆ, ਪਰ ਮੈਨੂੰ ਪਹਿਲੋਂ ਆਪਣੀ ਫਸਲ ਦੇਖਣੀ ਹੈ। ਪਾਰਟੀ ਵਾਈ ਤਾਂ ਬਾਅਦ ਦੇ ਵਿੱਚ ਵੀ ਚੱਲਦੀ ਰਹਿੰਦੀ ਹੈ। ਇਹਨਾਂ ਬਿੱਲਾਂ ਨੂੰ ਲੈ ਕੇ ਭਾਜੀ ਤੁਹਾਡੇ ਦਿਲ ਵਿੱਚ ਕਿੰਨਾ ਕੁ ਰੋਸ ਹੈ? ਭਾਈ ਜ਼ਿਮੀਂਦਾਰ ਨਾਲ ਧੱਕਾ ਹੀ ਹੋ ਰਿਹਾ, ਠੀਕ ਨਹੀਂ ਭਾਈ। ਹੁਣ ਦੇਖੋ ਵੀ ਹੁਣ ਕਣਕ ਅੱਗੇ ਗੌਰਮੈਂਟ ਦਿੰਦੀ ਸੀਗੀ 2 ਰੁਪਈਏ, ਹੁਣ ਗੌਰਮੈਂਟ ਕਣਕ ਨਹੀਂ ਲਊਗੀ। ਜੱਟ ਨਾਲ ਤਾਂ ਧੱਕਾ ਹੋ ਹੀ ਰਿਹਾ, ਮਜ਼ਦੂਰ ਨਾਲ ਵੀ ਧੱਕਾ ਹੋਗਾ। ਉਹਨਾਂ ਨੂੰ 2 ਰੁਪਈਏ ਕਿੱਥੋਂ ਲੱਭ ਪੈਣੀ ਲੱਭੂਗੀ? ਉਹਨਾਂ ਨੂੰ ਤਾਂ ਜਿਵੇਂ ਸਰਕਾਰ ਤੋਂ ਕਣਕ ਹੀ ਹੈ ਨਹੀਂ ਤੇ ਜੀ ਮਜ਼ਦੂਰ ਨੂੰ ਕਿੱਥੋਂ ਕਣਕ ਲੱਭੂਗੀ? ਹੁਣ ਇਹ ਆਲੂ ਆ 25 ਰੁਪਈਏ ਆ, ਜੇ ਇਹਦਾ ਹੀ ਬੈਲੈਂਸ ਰਵੇ ਤਾਂ ਆਪੀ 5 ਰੁਪਈਏ ਮਿਲਣ। ਇਹ ਤਾਂ 5 ਸਾਲਾਂ ਦਾ ਇੱਕੋ ਵਾਰੀ ਗਿਰਾ ਲੈਂਦੇ ਕਿ 25 ਰੁਪਈਏ ਕਰਤਾ। ਕਿਸੇ ਚੀਜ਼ ਦਾ ਬੈਲੈਂਸ ਹੋਣਾ ਚਾਹੀਦਾ। ਹੁਣ ਕਣਕ ਦਾ ਪਤਾ ਹੀ ਰੇਟ ਆ ਇੰਨਾ, ਕੋਈ ਚੁੱਪਿਆ ਸਾਰੇ ਠੀਕ ਆ ਵੀ ਹਾਂ ਠੀਕ ਆ। ਝੋਨੇ ਦਾ ਵੀ ਇੱਦਾਂ ਹੀ ਵੱਝਾ ਆ, ਵੱਝੇ ਰੇਟ 'ਚ ਫਾਇਦਾ ਆ। ਕਿਉਂ ਰੇਟ ਟੁੱਟ ਗਏ, ਕਈ ਵਾਰੀ ਤਾਂ ਚੜ੍ਹ ਜਾਂ 50 ਰੁਪਈਏ ਵੀ ਹੋ ਜਾਣਾ, ਕਈ ਵਾਰੀ 10 ਰੁਪਈਏ ਵੀ ਹੋ ਜਾਣਾ। ਇਹਦਾ ਕੀ ਆ, ਉਹ 5 ਸਾਲਾਂ ਦਾ ਇੱਕ ਵਾਰੀ ਗਰਾਈ ਹੋ ਜਾਂਦੀ ਹੈ ਜੀ, ਠੀਕ ਨਹੀਂ? ਇੱਦਾਂ ਹੀ ਧੱਕਾ ਹੀ ਆ ਜੀ। ਜਿਹੜੀਆਂ ਵਿਰੋਧੀ ਪਾਰਟੀਆਂ ਇਸ ਵੇਲੇ ਰਾਸ਼ਟਰਪਤੀ ਜੀ ਕੋਲ ਆਪਣੀ ਮੰਗ ਰੱਖ ਰਹੀਆਂ ਨੇ ਕਿ ਇਹਨਾਂ ਬਿੱਲਾਂ ਨੂੰ ਜਿਹੜਾ ਹੈਗਾ ਖਾਰਜ ਕੀਤਾ ਜਾਵੇ, ਇਸ ਤੇ ਤੁਸੀਂ ਕੀ ਕਹੋਗੇ? ਵੀਰ ਜੀ, ਮੈਂ ਤਾਂ ਇੱਕ ਗੱਲ ਕਹਿਣਾ ਵੀ ਹੁਣ ਨਾ ਰਾਸ਼ਟਰਪਤੀ ਜੀ ਕੋਲ ਇੱਕ ਬੜਾ ਸਨਮਾਨਜਨਕ ਜਿਹੜਾ ਅਹੁਦਾ ਆ, ਉਹ ਸਾਡੇ ਰਾਸ਼ਟਰਪਤੀ ਜੀ, ਉਹਨਾਂ ਦੇ ਕੋਲ ਵੀ ਇੱਕ ਮੌਕਾ ਆ। ਜਦੋਂ ਰਾਮ ਮੰਦਿਰ ਦੀ ਇਹਨਾਂ ਨੇ ਉਸਾਰੀ ਕੀਤੀ ਸੀ, ਮੇਰੇ ਖਿਆਲ ਦੇ ਨਾਲ ਵੀ ਉੱਥੇ ਰਾਸ਼ਟਰਪਤੀ ਜੀ ਨੂੰ ਨਿਯੋਤਾ ਨਹੀਂ ਦਿੱਤਾ ਗਿਆ ਸੀ, ਸੱਦਾ ਪੱਤਰ ਨਹੀਂ ਦਿੱਤਾ ਗਿਆ ਸੀ, ਤੇ ਅੱਜ ਉਹਨਾਂ ਦੇ ਕੋਲ ਵੀ ਮੌਕਾ ਆ ਵੀ ਮੈਂ ਇਸ ਆਰਡੀਨੈਂਸ ਦੇ ਉੱਤੇ ਸਾਈਨ ਨਹੀਂ ਕਰਦਾ। ਇਹ ਇੱਕ ਬੜੀ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਕਾਫੀ ਚਿਰਾਂ ਤੋਂ ਚੱਲਦੀ ਸੀਗੀ ਕਿ ਜੇਕਰ ਕਿਸੇ ਬੰਦੇ ਨੂੰ ਕਿਸੇ ਮੌਕੇ 'ਤੇ ਆ ਕੇ ਕਿਸੇ ਦੀ ਲੋੜ ਪੈਂਦੀ ਹੈ ਤਾਂ ਕੀ ਉਹ ਆਪਣੇ ਉਸ ਚੀਜ਼ ਦਾ ਸਹੀ ਇਸਤੇਮਾਲ ਕਰਦਾ ਜਾਂ ਨਹੀਂ ਕਰਦਾ। ਮੇਰੇ ਖਿਆਲ ਨਾਲ ਰਾਸ਼ਟਰਪਤੀ ਜੀ ਨੂੰ ਇਸ ਕਰਕੇ ਨਹੀਂ ਸੱਦਿਆ ਗਿਆ ਸੀ, ਸ਼ਾਇਦ ਉਹ ਮਤਲਬ ਕਿਸੇ ਬੈਕਵਰਡ ਸ਼੍ਰੇਣੀ ਤੋਂ ਜਾਂ ਉਹਨਾਂ 'ਤੇ ਲਾਇਆ ਸੀ ਵੀ ਉਹ ਉੱਥੋਂ ਬਿਲੋਂਗ ਕਰਦੇ ਜਾਂ ਐਨੀਥਿੰਗ ਐਲਸ ਜੋ ਵੀ ਹੈ। ਪਰ ਇਸ ਟਾਈਮ ਉਹਨਾਂ ਦੇ ਕੋਲ ਜ਼ਰੂਰ ਮੌਕਾ ਆ ਕਿ ਉਹ ਇਸ ਆਰਡੀਨੈਂਸ ਦੇ ਉੱਤੇ ਜਿਹੜੀ ਮੋਹਰ ਨਾ ਲਾਉਣ ਅਤੇ ਜਿਹੜੀ ਮੌਜੂਦਾ ਸਰਕਾਰ ਗਲਤ ਕਰ ਰਹੀ ਆ ਸੈਂਟਰ ਦੀ ਗੌਰਮੈਂਟ, ਉਸ ਨੂੰ ਠੋਕ ਕੇ ਜਵਾਬ ਦੇਣ। ਪਰ ਇੱਕ ਚੀਜ਼ ਮੈਂ ਪੁੱਛਣਾ ਚਾਹੂੰਗਾ, ਜਿੱਦਾਂ ਕਿ ਹੁਣ ਸਰਕਾਰ ਹੈ, ਸਰਕਾਰ ਦੇ ਵਿੱਚ ਕਈ ਬੁੱਧੀਜੀਵੀ ਵੀ ਹੁੰਦੇ ਨੇ ਔਰ ਕਾਫੀ ਵੱਡਾ ਐਨਾਲਿਸਿਸ ਉਹਨਾਂ ਨੇ ਕੀਤਾ ਹੁੰਦਾ, ਕਿਤੇ ਨਾ ਕਿਤੇ ਕੋਈ ਤਾਂ ਫਾਇਦਾ ਹੋਏਗਾ ਜਿਹੜੇ ਬਿੱਲ ਉਹ ਲੈ ਕੇ ਆ ਰਹੇ ਨੇ। ਦੇਖੋ,
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬੜੀ ਇਸ ਚੀਜ਼ ਤੇ ਡੂੰਘਾਈ ਦੇ ਨਾਲ ਸਰਚ ਕੀਤੀ ਹੈ ਔਰ ਆਪਾਂ ਨਿੱਤ ਉਹਨਾਂ ਦੀਆਂ ਵੀਡੀਓ ਵੀ ਦੇਖਦੇ ਹਾਂ। ਇੱਥੋਂ ਤੱਕ ਕਿ ਉਹ ਡਿਬੇਟ ਕਰਨ ਨੂੰ ਵੀ ਤਿਆਰ ਨੇ ਵੀ ਜਿਹੜੇ ਬੁੱਧੀਜੀਵੀ ਇਕੱਠੇ ਕਰਕੇ ਜਿਨ੍ਹਾਂ ਨੇ ਇਹ ਲਿਆਂਦਾ ਹੈ ਆਰਡੀਨੈਂਸ ਲਿਆਂਦਾ ਆ ਉਹ ਸਾਹਮਣੇ ਲਿਆਓ ਔਰ ਬੈਠ ਕੇ ਸਾਡੇ ਨਾਲ ਜਿਹੜੀ ਡਿਬੇਟ ਕਰ ਲਓ। ਕਹਿੰਦੇ ਜੇਕਰ ਉਹਦਾ ਕੋਈ ਫਾਇਦੇ ਸਾਨੂੰ ਗਿਣਾ ਦੋਗੇ ਅਸੀਂ ਉਹਨਾਂ ਨੂੰ ਮਨਜ਼ੂਰ ਕਰ ਲਾਂਗੇ, ਤੇ ਜੇਕਰ ਅਸੀਂ ਉਸ ਦੇ ਵਿਰੋਧ ਤੁਹਾਨੂੰ ਜ਼ਿਆਦਾ ਦੱਸ ਦਿੱਤੇ, ਜਿਹੜੇ ਆਗੂ ਨਾਲ ਜ਼ਿਆਦਾ ਦੱਸਦੇ, ਤਾਂ ਨੈਚੁਰਲੀ ਤੁਹਾਨੂੰ ਉਹ ਬਿੱਲ ਫਿਰ ਜਿਹੜਾ ਉਹ ਵਾਪਸ ਲੈਣਾ ਪਊਗਾ। ਜਿਵੇਂ ਕਿ ਕੇਂਦਰ ਦੇ ਵਿੱਚ ਬਿੱਲ ਪਾਸ ਹੋ ਚੁੱਕੇ ਨੇ, ਜਿਹੜੀ ਤੁਹਾਡੀ ਏਜੰਸ ਹੈ ਖੇਤੀ ਹੈ ਉਹ ਘਰਾਣਿਆਂ ਕੋਲ ਚਲੀ ਜਾਣੀ ਹੈ, ਕੰਟਰੈਕਟ ਹੋਇਆ ਕਰੇਗਾ। ਇਹਨਾਂ ਕੰਟਰੈਕਟਾਂ ਬਾਰੇ ਤੁਸੀਂ ਕੀ ਕਹੋਗੇ? ਦੇਖੋ ਵੀਰ ਜੀ, ਬਿੱਲ ਜਿਹੜੇ ਪਾਸ ਹੋ ਗਏ ਆ, ਰਾਸ਼ਟਰਪਤੀ ਜੀ ਦੀ ਜਿਹੜੀ ਮੋਹਰ ਲੱਗਣੀ ਬਾਕੀ ਰਹਿ ਗਈ ਹੈ ਔਰ ਇਹਦਾ ਜਿਹੜਾ ਨੁਕਸਾਨ ਹੈ ਉਹ ਇੱਕ ਨੁਕਸਾਨ ਨਹੀਂ, ਇਹਦੇ ਨੁਕਸਾਨ ਕਾਫੀ ਹੈਗੇ ਆ। ਤੁਹਾਨੂੰ ਮੈਂ ਮੋਟਾ ਜਿਹਾ ਦੱਸ ਦਿੰਦਾ ਆ। ਜਿਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਨੇ ਕਿਸਾਨਾਂ ਦੇ ਨਾਲ ਐਗਰੀਮੈਂਟ ਕਰ ਲਿਆ, ਕਿਸੇ ਨੇ 10 ਸਾਲ ਦਾ ਕਰ ਲਿਆ, ਕਿਸੇ ਨੇ 5 ਸਾਲ ਦਾ ਕਰ ਲਿਆ ਔਰ ਇੱਕ ਲਿਮਿਟ ਵੱਧ ਜਾਣੀ ਹੈ ਜੀ, ਅਸੀਂ ਤੁਹਾਡੇ ਕੋਲੋਂ ਇੰਨੀ ਜਿਹੜੀ ਜਿਣਸ ਲੈਣੀ ਹੈ, ਚਾਹੇ ਉਹ ਕਣਕ ਹੈ, ਝੋਨਾ ਹੈ, ਮੱਕੀ ਹੈ, ਐਨੀਥਿੰਗ ਜੋ ਵੀ ਉਹਨਾਂ ਦੀ ਡਿਮਾਂਡ ਹੋਈ, ਔਰ ਉਹਨਾਂ ਨੇ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ ਜਿਹੜੀ ਉਹ ਫਸਲ ਬੀਜਵਾਉਣੀ ਹੈ, ਜਿਹੜੀ ਜਿਹਦੇ ਵਿੱਚ ਉਹਨਾਂ ਨੂੰ ਬੈਨੀਫਿਟ ਹੈ, ਜਾਂ ਕਹ ਲਓ ਕਿ ਮੌਸਮ ਦੇ ਅਨੁਸਾਰ ਹੈ। ਜਿਸ ਤਰ੍ਹਾਂ ਪਹਿਲਾਂ ਕਿਸਾਨ ਚੱਲਦੇ ਆ ਉਹ ਥੋੜ੍ਹਾ ਬਹੁਤਾ ਫੇਰ ਬਦਲ ਵੀ ਕਰ ਸਕਦੇ ਆ ਵੀ ਸਾਨੂੰ ਇੰਨੀ ਕੁ ਚੀਜ਼ ਦੀ ਕਣਕ ਚਾਹੀਦੀ ਹੈ, ਇੰਨਾ ਕਾਹ ਚਾਹੀਦਾ, ਔਰ ਕਿਸਾਨ ਦੇ ਨਾਲ ਹੋ ਜਾਣਾ ਵੀ ਅਸੀਂ ਤੁਹਾਡੇ ਕੋਲੋਂ 1 ਕਿੱਲੇ ਦੇ ਵਿੱਚੋਂ ਅਸੀਂ ਇੰਨੀ ਜਿਹੜੀ ਜਿਣਸ ਲੈਣੀ ਹੈ, ਮੰਨ ਲਓ ਕਹਿੰਦੇ ਵੀ ਅਸੀਂ 20 ਬੋਰੀਆਂ ਲੈਣੀਆਂ, 22 ਲੈਣੀਆਂ ਆ। ਜੇਕਰ ਉਹ ਫਸਲ ਘਟਦੀ ਹੈ ਤੇ ਉਹ ਕਿਸਾਨ ਨੂੰ ਹਰਜਾਨਾ ਲਾਉਣਗੇ, ਜੇਕਰ ਉਹ ਫਸਲ ਵੱਧਦੀ ਹੈ ਤੇ ਕਿਸਾਨ ਉਹਨੂੰ ਕਿੱਥੇ ਵੇਚੂਗਾ, ਕਿਉਂਕਿ ਚੱਕਣੀ ਤਾਂ ਕਾਰਪੋਰੇਟ ਘਰਾਣਿਆਂ ਨੇ ਨਾ। ਉਹ ਜੇ ਇੱਕ ਚੀਜ਼ ਦਾ ਰੇਟ ਫਿਕਸ ਹੈ, ਜਿਸ ਤਰ੍ਹਾਂ ਹੁਣ ਹੈਗਾ ਆ, ਜੇ ਉਹ ਫਿਕਸ ਹੈਗਾ ਤਾਂ ਉਹਦੇ ਵਿੱਚ ਕਿਸਾਨਾਂ ਦੀ ਜੇ ਫਸਲ ਘੱਟ ਵੀ ਹੁੰਦੀ ਹੈ ਜਾਂ ਵੱਧ ਵੀ ਹੁੰਦੀ ਹੈ, ਉਹ ਆਪਣੇ ਤੌਰ ਤੇ ਚਾਲੂ ਹੁੰਦੇ ਆ, ਉਹ ਆਪਣੀ ਮਿਹਨਤ ਦੇ ਨਾਲ ਵਧਾਉਂਦੇ ਆ। ਔਰ ਜੇਕਰ ਕੁਦਰਤੀ ਮਾਰ ਦੇ ਕਾਰਨ ਕਿਸੇ ਕੋਈ ਹੋਰ ਕੋਈ ਬਿਮਾਰੀ ਦੇ ਕਾਰਨ ਜੇ ਫਸਲ ਘਟਦੀ ਹੈ ਤਾਂ ਕਿਸਾਨ ਉਹ ਵੀ ਜਰਦੇ ਆ। ਪਰ ਜਦੋਂ ਇਹ ਜਿਹੜਾ ਕਾਰਪੋਰੇਟ ਘਰਾਣੇ ਵਾਲਾ ਸਿਸਟਮ ਜਿਹੜਾ ਆਰਡੀਨੈਂਸ ਇਹ ਪੂਰਨ ਤੌਰ ਤੇ ਲਾਗੂ ਹੋ ਗਿਆ, ਫਿਰ ਇਹ ਜਿਹੜਾ ਸਿਸਟਮ ਹੈ ਬੰਦ ਹੋ ਜਾਣਾ। ਕਿਸਾਨ ਨੇ ਹਰ ਇੱਕ ਪਾਸਿਓਂ ਦੱਬਿਆ ਜਾਣਾ ਹੈ। ਜੇਕਰ ਫਸਲ ਵੱਧ ਗਈ ਤਾਂ ਕਿੱਥੇ ਵੇਚੂਗਾ, ਜੇ ਘਟ ਗਈ ਤਾਂ ਉਸ ਨੂੰ ਜੁਰਮਾਨਾ ਲਾਇਆ ਜਾਊਗਾ। ਅੱਛਾ ਭਾਈ, ਤੁਹਾਡਾ ਇਸ ਬਾਰੇ ਕੀ ਕਹਿਣਾ? ਦੇਖੋ ਜੀ, ਕਹਿਣਾ ਤਾਂ ਇਹੀ ਆ ਕਿ ਜਿਹੜਾ ਧੱਕਾ ਹੋ ਰਿਹਾ ਤੇ ਬਹੁਤ ਜ਼ਿਆਦਾ ਹੋ ਰਿਹਾ, ਕਿਉਂਕਿ ਇੱਕ ਜ਼ਮੀਨ ਇੱਕ ਕਿਸਾਨ ਦੇ ਲਈ ਮਾਂ ਹੁੰਦੀ ਆ ਤੇ ਕਿਸਾਨ ਜ਼ਮੀਨ ਦੇ ਲਈ ਪੁੱਤ ਹੁੰਦਾ। ਤੇ ਜਦੋਂ ਮਾਂ ਤੇ ਪੁੱਤ ਦੇ ਵਿੱਚ ਕਿਸੇ ਨੂੰ ਵੀ ਇੱਕ ਨੂੰ ਸੱਟ ਲੱਗਦੀ ਹੈ ਤੇ ਦੋਨਾਂ ਨੂੰ ਹੀ ਧੱਕਾ ਲੱਗਦਾ ਤੇ ਦੋਨੇ ਹੀ ਖਤਰੇ 'ਚ ਆਉਂਦੇ ਆ। ਤੇ ਕਿਉਂ ਨਾ ਆਪਾਂ ਨਾ ਇਹੋ ਜਿਹੇ ਕੰਮ ਕਰੀਏ ਕਿ ਨਾ ਮਾਂ ਨੂੰ ਦੁੱਖ ਹੋਵੇ ਤੇ ਨਾ ਹੀ ਪੁੱਤ ਨੂੰ ਹੋਵੇ, ਕਿਉਂਕਿ ਪੁੱਤ ਜਿਹੜਾ ਆਪਣੀ ਮਾਂ ਨੂੰ ਬੜੇ ਪਿਆਰ ਨਾਲ ਰੱਖਦਾ, ਮਾਂ ਆਪਣੇ ਪੁੱਤ ਨੂੰ ਇੱਕ ਝਰੀਟ ਨਹੀਂ ਆਉਣ ਦਿੰਦੀ, ਪੁੱਤਾਂ ਵਾਂਗੂ ਪਾਲਦੀ ਆ, ਉਹਦਾ ਹਰ ਦੁੱਖ ਸੁੱਖ ਵਿੱਚ ਸਾਥ ਦਿੰਦੀ ਆ। ਤੇ ਜਦੋਂ ਪੁੱਤ ਆਪਣੀ ਮਾਂ ਨੂੰ ਪੈੜੀ ਦੇ ਵਿੱਚ ਜ਼ਮੀਨ ਦੇ ਵਿੱਚ ਕਣਕ ਬੀਜਦਾ ਤੇ ਉਹ ਆਪਣੀ ਇੱਕ ਮਾਵਾਂ ਵਾਂਗੂ ਬੀਜਦਾ, ਆਪਣੇ ਪੁੱਤਾਂ ਵਾਂਗੂ ਬੀਜਦਾ ਕਿ ਕੱਲ੍ਹ ਨੂੰ ਮੈਨੂੰ ਇਹਦੇ ਕੋਲੋਂ ਕੁਛ ਮਿਲੂਗਾ। ਪਰ ਅੱਜ ਜੇ ਗੱਲ ਕੀਤੀ ਜਾਵੇ, ਜਿਵੇਂ ਬਿੱਲ ਪਾਸ ਹੋ ਗਏ ਨੇ, ਬਹੁਤ ਗੱਲਾਂ ਕੀਤੀਆਂ ਜਾਂਦੀਆਂ, ਸਾਨੂੰ ਆਈਆਂ, ਅਸੀਂ ਖੇਤੀ ਨਾਲ ਡਿਪੈਂਡ ਤਾਂ ਨਹੀਂ ਹੈਗੇ, ਪਰ ਅਸੀਂ ਘਰਾਂ ਵਿੱਚ ਰਹਿੰਦੇ ਹਾਂ। ਸਾਨੂੰ ਪਤਾ ਲੱਗਦਾ ਜਦੋਂ ਅਸੀਂ ਬਾਜ਼ਾਰਾਂ ਦੇ ਵਿੱਚ 40-40 ਰੁਪਏ ਕਿਲੋ, 20-20 ਰੁਪਏ ਕਿਲੋ ਆਟਾ ਲੈਣ ਜਾਈਦਾ, ਤੇ ਜਦੋਂ ਜੇਬ ਦੇ ਵਿੱਚ ਉਹਨੇ ਪੈਸੇ ਨਾ ਹੋਣ ਤੇ ਆਟਾ ਲੈਣ ਜਾਈਏ ਤੇ ਕਿੰਨਾ ਦੁੱਖ ਹੁੰਦਾ ਕਿ ਇੱਕ ਕਿਸਾਨ ਦੇ ਕੋਲੋਂ ਤੁਸੀਂ 2 ਰੁਪਏ ਚੀਜ਼ ਲੈ ਕੇ ਤੁਸੀਂ ਬਾਜ਼ਾਰਾਂ ਦੇ ਵਿੱਚ 20-20 ਰੁਪਏ ਵੇਚ ਰਹੇ ਹੋ। ਜਿਸ ਬੰਦੇ ਕੋਲ 20 ਰੁਪਏ ਨਾ ਹੋਣਗੇ ਤਾਂ ਉਹ ਕਿੱਥੇ ਜਾਏਗਾ? ਤੁਹਾਨੂੰ ਕੀ ਲੱਗਦਾ ਕਿ ਦੇਸ਼ ਦਾ ਜਿਹੜਾ ਖਪਤਕਾਰ ਹੈ ਉਸ ਨੂੰ ਕਿਸ ਭਾਅ ਤੇ ਆਟਾ ਮਿਲੇਗਾ? ਦੇਖੋ ਵੀਰ ਜੀ, ਜਦੋਂ ਕਾਰਪੋਰੇਟ ਘਰਾਣਿਆਂ ਦੇ ਕੋਲੇ ਚੀਜ਼ ਚੱਲ ਗਈ ਹੈ ਤਾਂ ਤੁਸੀਂ ਇਮੇਜਿਨ ਹੀ ਨਹੀਂ ਕਰ ਸਕਦੇ ਇੱਥੇ ਕੀ ਹੋਊਗਾ। ਔਰ ਕਿਸੇ ਚੀਜ਼ ਦੀ ਲਿਮਿਟ ਨਹੀਂ ਰਹਿ ਜਾਊਗੀ, ਕਿਸੇ ਚੀਜ਼ ਦੀ ਬੌਂਡਿੰਗ ਨਹੀਂ ਰਹਿ ਜਾਊਗੀ ਵੀ ਤੁਸੀਂ ਇਹ ਚੀਜ਼ ਤੋਂ ਵੱਧ ਕਿਸੇ ਦੇ ਨਹੀਂ ਸਕਦੇ। ਇਹਦੇ ਲਈ ਬੜੀ ਵੱਡੀ ਐਗਜ਼ਾਮਪਲ ਆ ਜੈਨਰਿਕ ਦਵਾਈਆਂ ਦੀ। ਉਹ ਤੁਸੀਂ ਦੇਖਦੇ ਹੋ ਵੀ ਅੱਜ ਕੱਲ੍ਹ ਵੀਡੀਓ ਤੇ ਕਿ 2 ਰੁਪਏ ਦਾ ਪੱਤਾ ਆ ਤੇ ਉਹਦੇ ਉੱਤੇ ਜਿਹੜੀ ਕੀਮਤ ਹੈ 100+ ਲਿਖੀ ਹੋਈ ਹੈ। ਸੋ ਇਹੋ ਜਿਹੇ ਹਾਲਾਤ ਜਿਹੜੇ ਹੈ ਉਹ ਕਿਸਾਨੀ ਦੇ ਨਾਲ ਸੰਬੰਧਿਤ ਵੀ ਗਾਂ ਆਉਣ ਵਾਲੀ ਜਿਹੜੀ ਵੀ ਜਿਣਸ ਹੁੰਦੀ ਹੈ ਉਹ ਇਹੋ ਜਿਹੇ ਬਣ ਜਾਣੇ ਆ। ਬਹੁਤ ਕਹਿਣ ਤੋਂ ਭਾਵ ਹੈ ਕਿ ਜਿਹੜਾ ਅੱਜ 2 ਰੁਪਏ ਕਿਲੋ ਕਣਕ ਮਿਲਦੀ ਸੀ ਉਹ ਕੱਲ ਨੂੰ 100 ਰੁਪਏ ਤੱਕ ਜਾ ਸਕਦੀ। 100% ਹੈ, ਉਹ ਪਲੱਸ ਵੀ ਹੋ ਸਕਦੀ ਹੈ, ਜ਼ਰੂਰੀ ਨਹੀਂ 100 ਤੇ ਰਹਿਣੀ, ਉਹ ਪਲੱਸ ਵੀ ਜਾ ਸਕਦੀ ਹੈ। ਔਰ ਇਸ ਦੇ ਨਾਲ ਜਿਹੜਾ ਸਿੱਧਾ ਜਿਹੜਾ ਅਸਰ ਹੈ ਉਹ ਕਿਸਾਨੀ ਤੇ ਜਿਹੜੇ ਸਾਡੇ ਗਰੀਬ ਪਰਿਵਾਰ ਹੈਗੇ ਆ, ਲੋੜਵੰਦ ਪਰਿਵਾਰ ਹੈਗੇ ਜਿਨ੍ਹਾਂ ਨੂੰ 2 ਰੁਪਏ ਕਿਲੋ ਕਣਕ ਮਿਲਦੀ ਹੈ, ਉਹਨਾਂ ਤੇ ਵੀ ਪੈਣਾ। ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ, ਹਰ ਇੱਕ ਦੀ ਜੇਬ ਦੇ ਉੱਤੇ ਜਿਹੜਾ ਭਾਰ ਵਧਣਾ ਹੀ ਵਧਣਾ ਹੈ। ਕੇਂਦਰ ਦੇ ਵਿੱਚ ਬਹੁਤ ਸੂਝਵਾਨ ਬੈਠੇ ਨੇ, ਆਪਣੇ ਮੋਦੀ ਜੀ ਵੀ ਬੜੇ ਸੂਝਵਾਨ ਨੇ। ਉਹ ਬਾਰ-ਬਾਰ ਕਹਿ ਰਹੇ ਕਿ ਇਹਨਾਂ ਬਿੱਲਾਂ ਤੋਂ ਕਿਸਾਨਾਂ ਨੂੰ ਫਾਇਦਾ ਹੋਏਗਾ, ਤਾਂ ਤੁਹਾਨੂੰ ਇਸ ਗੱਲ ਤੇ ਯਕੀਨ ਕਿਉਂ ਨਹੀਂ ਆ ਰਿਹਾ? ਵੀਰ ਜੀ, ਯਕੀਨ ਵਾਲੀ ਜਿਹੜੀ ਗੱਲ ਆ ਉਹ ਤਾਂ ਬੜੀ ਦੂਰ ਰਹਿ ਗਈ ਹੈ। ਦੇਖੋ, ਜਦੋਂ ਸਾਡੇ ਮਾਨਨੀय ਪ੍ਰਧਾਨ ਮੰਤਰੀ ਜੀ ਨੇ ਪਹਿਲੀ ਵਾਰੀ ਇੱਕ ਸਪੀਚ ਦਿੱਤੀ ਸੀਗੀ, ਇਹ ਮੇਰੇ ਖਿਆਲ ਨਾਲ ਉਹਨਾਂ ਦੇ ਸੱਤਾ ਤੋਂ ਆਉਣ ਤੋਂ ਪਹਿਲਾਂ ਦੀ ਸਪੀਚ ਹੈ, ਕਿ ਅਸੀਂ ਜਿਹੜਾ ਕਾਲਾ ਧਨ ਲੈ ਕੇ ਆਵਾਂਗੇ ਔਰ ਹਰ ਇੱਕ ਦੇ ਖਾਤੇ ਦੇ ਵਿੱਚ ਜਿਹੜੇ ਉਹ 15-15 ਲੱਖ ਰੁਪਏ ਆਉਣਗੇ। ਤੇ ਦੂਜੀ ਗੱਲ ਉਹਨਾਂ ਨੇ ਕਹੀ ਸੀ, ਮੈਂ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ ਕਰੂੰਗਾ। ਦੇਖੋ, ਨਾ ਤਾਂ ਕਾਲਾ ਧਨ ਵਾਪਸ ਆਇਆ, ਜਦ ਕਿ ਆਪਾਂ ਜਿਹੜੀਆਂ ਸਵਿਸ ਬੈਂਕ ਦੀ ਜਿਹੜੀ ਉਹ ਐਨਾਲਿਸਿਸ ਕਰਕੇ ਇੱਕ ਰਿਪੋਰਟ ਸਾਹਮਣੇ ਆਈ ਹੈ, ਉੱਥੇ ਜਿਹੜਾ ਇੰਡੀਆ ਦੇ ਜਿਹੜੇ
ਬੰਦੇ ਹੈਗੇ ਉਹਨਾਂ ਦਾ ਕਾਲਾ ਧਨ ਉੱਥੇ ਡਬਲ ਹੋ ਗਿਆ। ਇੱਕ ਤਾਂ ਇਸ ਕਰਕੇ ਸਾਨੂੰ ਬਿਲਕੁਲ ਵੀ ਯਕੀਨ ਨਹੀਂ ਹੈਗਾ। ਦੂਜੀ ਗੱਲ, ਜਿਹੜਾ ਕਰਜ਼ਾ ਉਹਨਾਂ ਨੇ ਕਿਸਾਨਾਂ ਦਾ ਮਾਫ ਕਰਨਾ ਸੀ ਉਹ ਕਾਰਪੋਰੇਟ ਘਰਾਣਿਆਂ ਦਾ ਕਰਤਾ। ਉਹ ਜੱਗ ਜ਼ਾਹਰ ਹੈ, ਕਿਸੇ ਤੋਂ ਕੋਈ ਲੁਕਿਆ ਨਹੀਂ ਹੈਗਾ। ਇਹ ਕਾਰਪੋਰੇਟ ਘਰਾਣਿਆਂ ਦੇ ਲਈ ਨਾ ਕਾਨੂੰਨ ਰਾਤੋਂ ਰਾਤ ਬਣਦੇ ਆ, ਉਹਨਾਂ ਦੇ ਹੱਕ 'ਚ ਹੋ ਕੇ ਤੇ ਰਾਤੋਂ ਰਾਤ ਹੀ ਖਤਮ ਹੋ ਜਾਂਦੇ ਆ। ਸੋ ਜਿਹੜਾ ਯਕੀਨ ਕਰਨ ਵਾਲੀ ਗੱਲ ਹੈ ਉਹ ਤਾਂ ਤੁਸੀਂ ਜੀ ਬਿਲਕੁਲ ਹੀ ਛੱਡ ਦਿਓ, ਕਿਉਂਕਿ ਇੱਕ ਵੀ ਪੁਆਇੰਟ ਦੱਸ ਦਿਓ ਜਿਹੜੇ ਲਫ਼ਜ਼ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਹੇ ਆ ਉਹਨਾਂ 'ਤੇ ਉਹ ਖਰੇ ਉਤਰੇ ਆ ਕਿ ਨਹੀਂ ਉਤਰੇ ਆ। ਅੱਜ ਆਪਾਂ ਉਹ ਕਹਿੰਦੇ ਵੀ ਚਾਈਨਾ ਦਾ ਜਿਹੜਾ ਸਮਾਨ ਉਹਦਾ ਬਾਈਕਾਟ ਕਰੋ, ਬੜੀ ਕੈਂਪੇਨ ਚੱਲਦੀ ਪਈ ਆ, ਟੀਵੀਆਂ 'ਤੇ ਚੱਲਦੀ ਪਈ ਆ, ਸੋਸ਼ਲ ਮੀਡੀਆ 'ਤੇ ਚੱਲਦੀ ਪਈ ਆ। ਇਹ ਤੁਸੀਂ ਖੁਦ ਆਪਣੇ ਤੌਰ ਤੇ ਐਨਾਲਿਸਿਸ ਕਰਕੇ ਦੇਖ ਲਿਓ ਜਾਂ ਇਹਦੀ ਜਾਣਕਾਰੀ ਕੱਢ ਕੇ ਦੇਖ ਲਿਓ ਵੀ ਚਾਈਨਾ ਸਾਡੇ ਦੇਸ਼ ਦੇ ਵਿੱਚ ਕਿੱਥੇ ਕਿੱਥੇ ਇਨਵੈਸਟ ਕਰ ਰਿਹਾ। ਉਹ ਰੋਡਾਂ ਦੇ ਵਿੱਚ ਇਨਵੈਸਟ ਕਰ ਰਿਹਾ। ਉਹ ਸਾਡੀ ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ ਆ ਉਹਦੇ ਵਿੱਚ ਵੀ ਘੁਸਪੈਠ ਕਰਨ ਨੂੰ ਤਿਆਰ ਹੈ, ਔਰ ਉੱਦਾਂ ਨਹੀਂ ਹੁੰਦੀ, ਉਹ ਸਰਕਾਰਾਂ ਦੇ ਨਾਲ ਰਲ ਕੇ ਹੀ ਹੁੰਦੀ ਹੈ। ਜੇ ਹੁਣ ਕਹਿੰਦੇ ਵੀ ਉੱਥੋਂ ਸਮਾਨ ਆਉਂਦਾ ਆ, ਆਪਾਂ ਮੋਦੀ ਜੀ ਦੀ ਗੱਲ ਕਰਦੇ, ਸਮਾਨ ਅਸੀਂ ਲੋਕੀ ਤਾਂ ਨਹੀਂ ਖੁਦ ਜਾ ਕੇ ਉੱਥੋਂ ਲਿਆਉਂਦੇ, ਸਰਕਾਰਾਂ ਪਰਮਿਸ਼ਨ ਦਿੰਦੀਆਂ ਫਿਰ ਹੀ ਆਉਂਦਾ। ਅਸੀਂ ਯਕੀਨ ਉਹਨਾਂ ਦੇ ਕਿਹੜੀ ਗੱਲ ਦਾ ਕਰ ਲਈਏ। ਦੇਖੋ ਹਰ ਇੱਕ ਪਾਸਿਓਂ ਸਾਡਾ ਜਿਹੜਾ ਦੇਸ਼ ਆ, ਜਿਹੜਾ ਮੁਲਕ ਹੈ, ਭਾਰਤ ਹੈ, ਇੰਡੀਆ ਆ, ਇਹ ਬਹੁਤ ਬੈਕਫੁੱਟ 'ਤੇ ਚੱਲ ਗਿਆ। ਅਸੀਂ ਕਿੱਥੇ ਆਪਣੀ ਜਿਹੜੀ ਤੁਲਨਾ ਆ ਉਹ ਡਿਵੈਲਪ ਦੇਸ਼ਾਂ ਦੇ ਨਾਲ ਕਰਦੇ ਸੀ। ਅੱਜ ਸਾਡਾ ਜਿਹੜਾ ਮੀਡੀਆ ਕੁਝ ਵਿਕਿਆ ਹੋਇਆ ਮੀਡੀਆ ਆ, ਉਹ ਵੀ ਜਿਹੜੀ ਤੁਲਨਾ ਆ ਉਹ ਪਾਕਿਸਤਾਨ ਦੇ ਨਾਲ ਕਰੀ ਜਾਂਦਾ ਆ, ਉਹ ਨੇਪਾਲ ਦੇ ਨਾਲ ਕਰੀ ਜਾਂਦਾ ਆ, ਉਹ ਸ਼੍ਰੀਲੰਕਾ ਦੇ ਨਾਲ ਕਰੀ ਜਾਂਦਾ ਆ। ਅਸੀਂ ਕਿੱਥੇ ਖੜੇ ਹਾਂ ਜੀ? ਹਰ ਇੱਕ ਪਾਸੇ ਮਹਿੰਗਾਈ ਆ, ਚਾਹੇ ਉਹ ਡੀਜ਼ਲ ਵੀ ਲਾ ਲਓ, ਪੈਟਰੋਲ ਵੀ ਲਾ ਲਓ। ਸ਼੍ਰੀਲੰਕਾ ਸਾਡੇ ਕੋਲੋਂ ਡੀਜ਼ਲ ਮੁੱਲ ਲੈਂਦਾ ਜੀ, ਇੰਡੀਆ ਦੇ ਕੋਲੋਂ ਮੁੱਲ ਲੈਂਦਾ। ਉਹ ਜਿਹੜੇ ਇੱਥੋਂ ਬੰਦੇ ਉੱਥੇ ਸਸਤਾ ਆ, ਉਹ ਇੰਡੀਆ ਦੇ ਕੋਲੋਂ ਮੁੱਲ ਲੈ ਕੇ ਅੱਗੇ ਸਸਤਾ ਦੇ ਰਿਹਾ, ਅਸੀਂ ਇੱਥੇ ਮਹਿੰਗਾ ਲੈ ਰਹੇ ਹਾਂ। ਸੋ ਕਿਸਾਨੀ ਨੂੰ ਤਾਂ ਪਹਿਲਾਂ ਵੀ ਦੱਬਿਆ ਜਾ ਰਿਹਾ ਸੀ, ਪਰ ਆਹ ਜਿਹੜਾ ਉਹਨਾਂ ਨੇ ਹੁਣ ਆਰਡੀਨੈਂਸ ਜਿਹੜਾ ਪਾਸ ਕਰਤਾ, ਇਹਦੇ ਮੁੱਦੇ ਦੇ ਉੱਤੇ ਜਿਹੜਾ ਕਿਸਾਨ ਹੈ ਬਿਲਕੁਲ ਹੀ ਮਰ ਜਾਊਗਾ, ਬਿਲਕੁਲ ਹੀ ਮਿੱਧਿਆ ਜਾਊਗਾ, ਉਹ ਉੱਠਣ ਜੋਗਾ ਨਹੀਂ ਰਹੂਗਾ। ਤੇ ਜਿੱਦਣ ਕਿਸਾਨ ਮਿੱਧਿਆ ਗਿਆ ਉਦੋਂ ਪੂਰਾ ਦੇਸ਼ ਮਿੱਧਿਆ ਜਾਊਗਾ। ਮੇਰਾ ਤੁਹਾਡੇ ਨਾਲ ਵਾਅਦਾ ਆ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿਸਾਨਾਂ ਦਾ ਸੰਘਰਸ਼ ਹੈ ਹੋਰ ਤੇਜ਼ ਕੀਤਾ ਜਾਊਗਾ ਜੇਕਰ ਇਹੋ ਜਿਹੇ ਆਰਡੀਨੈਂਸ ਉਹਨਾਂ ਨੇ ਦੁਬਾਰਾ ਪਾਸ ਕੀਤੇ ਔਰ ਰਾਸ਼ਟਰਪਤੀ ਜੀ ਨੇ ਮੋਹਰ ਲਾਈ। ਕਿਸਾਨਾਂ ਦਾ ਸੰਘਰਸ਼ ਤਿੱਖਾ ਹੋਊਗਾ ਔਰ ਉਹਨਾਂ ਦੇ ਨਾਲ ਅਸੀਂ ਡਟ ਕੇ ਖੜਾਂਗੇ। ਇਹ ਸਨ ਉਹ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਇਹ ਬਿੱਲ ਪਾਸ ਕੀਤੇ ਗਏ ਹਨ ਕੇਂਦਰ ਦੇ ਵਿੱਚ, ਇਹ ਬਿਲਕੁਲ ਹੀ ਕਿਸਾਨ ਵਿਰੋਧੀ ਨੇ, ਜਿਸ ਦੇ ਨਾਲ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਿਰਫ ਤੇ ਸਿਰਫ ਨੁਕਸਾਨ ਹੀ ਝੇਲਣਾ ਪਏਗਾ। ਹੋ ਸਕਦਾ ਕਿ ਉਹਨਾਂ ਦੀ ਜਿਹੜੀ ਮਾਵਾਂ ਵਰਗੀ ਧਰਤੀ ਹੈ ਉਹ ਵੀ ਵਿਕਣ ਕੰਢੇ ਆ ਜਾਵੇ। ਕਾਰਨ ਕਿ ਇਹ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਕੋਲ ਇਹ ਇਹਨਾਂ ਦੀਆਂ ਜਿੰਸਾਂ ਵੇਚੀਆਂ ਜਾਣਗੀਆਂ ਜਾਂ ਉਹਨਾਂ ਵੱਲੋਂ ਇਹ ਖਰੀਦ ਕੀਤੀ ਜਾਏਗੀ, ਉਹ ਆਪਣੀ ਮਰਜ਼ੀ ਦੇ ਨਾਲ ਇਹਨਾਂ ਦਾ ਮੁੱਲ ਤੈਅ ਕਰਨਗੇ, ਜਿਸ ਦੇ ਨਾਲ ਇਹਨਾਂ ਨੂੰ ਸਰਾਸਰ ਘਾਟਾ ਹੀ ਜਾਪ ਰਿਹਾ। ਅਤੇ ਇਹਨਾਂ ਦਾ ਕਹਿਣਾ ਕਿ ਮੋਦੀ ਸਾਹਿਬ ਤੇ ਉਹਨਾਂ ਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ, ਕਿਉਂਕਿ ਮੋਦੀ ਸਾਹਿਬ ਨੇ ਜਿੰਨੇ ਵੀ ਵਾਅਦੇ ਅੱਜ ਤੱਕ ਕੀਤੇ ਨੇ ਉਹਨਾਂ 'ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਚਾਹੇ ਉਹ ਸਵਿਸ ਬੈਂਕ ਤੋਂ ਕਾਲਾ ਧਨ ਲਿਆਉਣ ਦੀ ਗੱਲ ਹੋਵੇ, ਚਾਹੇ ਉਹ ਨੋਟਬੰਦੀ ਦੀ ਗੱਲ ਹੋਵੇ, ਚਾਹੇ ਉਹ ਕਿਸਾਨੀ ਦੇ ਨਾਲ ਜਿਹੜਾ ਉਹਨਾਂ ਦੇ ਕਰਜ਼ੇ ਮਾਫ ਕਰਨ ਦੀ ਵਾਅਦੇ ਕੀਤੇ ਗਏ ਸਨ ਉਸ ਦੀ ਗੱਲ ਹੋਵੇ। ਕਿਸਾਨਾਂ ਦਾ ਕਹਿਣਾ ਕਿ ਮੋਦੀ ਸਾਹਿਬ ਨੇ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਦਾ ਹੀ ਸੋਚਿਆ, ਉਹਨਾਂ ਦੇ ਹੀ ਕਰਜ਼ੇ ਮਾਫ ਕੀਤੇ ਹਨ, ਕਿਸਾਨੀ ਬਾਰੇ ਅੱਜ ਤੱਕ ਉਹਨਾਂ ਨੇ ਨਹੀਂ ਸੋਚਿਆ। ਸੋ ਇਹ ਬਿੱਲ ਜਿਹੜੇ ਲਿਆਂਦੇ ਜਾ ਰਹੇ ਹਨ ਉਹ ਕਿਸੇ ਵੀ ਹਾਲਤ ਦੇ ਵਿੱਚ, ਕਿਸੇ ਵੀ ਸੂਰਤ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਨਹੀਂ ਜਾਪ ਰਹੇ। ਮੈਂ ਨੀਰਜ, ਕੈਮਰਾਮੈਨ ਚਿਰਾਗ ਦੇ ਨਾਲ ਸਾਂਝਾ ਮੁੱਦਾ ਟੀਵੀ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਜੀ? ਮੈਂ ਤੁਹਾਡਾ ਆਪਣਾ ਦਲਵਿੰਦਰ ਦਿਆਲਪੁਰੀ। ਸਾਂਝਾ ਮੁੱਦਾ, ਹੱਕ ਸੱਚ ਦਾ ਸਾਂਝਾ ਮਹਾਜ਼। ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਕਮੈਂਟ ਕਰੋ ਔਰ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਕਰੋ, ਕਿਉਂਕਿ ਦੇਖੋ ਸਾਂਝਾ ਮੁੱਦਾ।